ਬਜ਼ੁਰਗ ਉਮਰ ਦੇ ਸਿੱਖ ਸ਼ਕਲਾਂ ਵਾਲੇ ਲੋਕ ਜਿਨ੍ਹਾਂ ਨੂੰ ਫੜਿਆ ਜਾਂਦਾ ਹੈ, ਘੱਟ ਉਮਰ ਦੀਆਂ ਕੁੜੀਆਂ ਦੇ ਨਾਲ ਚੈਟ ਕਰਦੇ ਆ। 18 ਤੋਂ ਥੱਲੇ ਨੇ, 18 ਤੋਂ ਉੱਪਰ ਵੀ ਹੋ ਸਕਦੀਆਂ, 24 25 ਤੱਕ ਵੀ, 30 ਤੱਕ ਵੀ ਹੋ ਸਕਦੀਆਂ। ਸੋ ਉਹਨਾਂ ਨੂੰ ਵਰਗਲਾ ਕੇ ਤੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾਉਣੇ, ਉਸ ਤੋਂ ਬਾਅਦ ਉਹਨਾਂ ਨੂੰ ਵਰਤਣਾ, ਫਿਰ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਲਾ ਦੇਣਾ, ਫਿਰ ਮਤਲਬ ਕਿ ਉਹਨਾਂ ਨੂੰ ਵੇਚ ਦੇਣਾ। ਇਸ ਤਰ੍ਹਾਂ ਦੇ ਜਿਹੜੇ ਹੈ ਉਹ ਕੰਮ ਹੁੰਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ। ਸਿੱਖ ਨੌਜਵਾਨਾਂ ਦੇ ਜਿਹੜੇ ਸਿੱਖ ਯੂਥ UK ਸ਼ੇਰੇ ਪੰਜਾਬ ਗਰੁੱਪ, ਸੋ ਇਹਨਾਂ ਨੇ ਬਹੁਤ ਵਧੀਆ ਰੋਲ ਨਿਭਾ ਕੇ ਤੇ ਉਹ ਲੋਕਾਂ ਨੂੰ ਜਿਹੜਾ ਹੈ ਐਕਸਪੋਜ਼ ਕੀਤਾ। ਫਿਰ ਉਹਨਾਂ ਦੇ ਕਈ ਵਾਰੀ ਛਿੱਤਰ ਪਰੇਡ ਵੀ ਹੋਈ ਹੈ, ਉਹਨਾਂ ਨੂੰ ਪੁਲਿਸ ਕੋਲ ਫੜਾਇਆ ਵੀ ਗਿਆ। ਦੋਸਤੋ, ਇਹ ਬਹੁਤ ਵੱਡੀਆਂ ਘਟਨਾਵਾਂ ਹੋਈਆਂ ਕਿ ਜਦੋਂ ਕੁਝ ਜਿਹੜੇ ਬੰਦੇ ਸੀ ਉਹ ਪਾਕਿਸਤਾਨੀ ਮੂਲ ਦੇ ਜਿਹੜੇ ਸੀਗੇ, ਹੈਨਾ, ਕਿ ਇਹ ਜੋ ਸਿੱਖਾਂ ਦੀਆਂ ਕੁੜੀਆਂ ਨੂੰ ਟਾਰਗੇਟ ਕੀਤਾ ਗਿਆ ਸੀ ਪਿਛਲੇ ਸਮੇਂ ਦੇ ਵਿੱਚ, ਉਹ ਪਾਕਿਸਤਾਨੀ ਨੌਜਵਾਨਾਂ ਵੱਲੋਂ ਕੀਤਾ ਜਾਂਦਾ ਰਿਹਾ। ਆਲਮੋਸਟ, ਮੈਂ ਸਾਰੇ ਨਹੀਂ ਕਹਿੰਦਾ, ਕੁਝ ਹੋਰ ਵੀ ਹੋਣਗੇ, ਪਰ ਆਲਮੋਸਟ ਇਸ ਤਰ੍ਹਾਂ ਹੋਇਆ। ਜਿਹੜੀ ਇੱਥੋਂ ਦੀਆਂ ਬੌਰਨ ਬੱਚੀਆਂ ਨੇ ਸਿੱਖਾਂ ਦੀਆਂ, ਉਹਨਾਂ ਨੂੰ ਵਰਗਲਾ ਲਿਆ, ਹੱਥਾਂ ਦੇ ਵਿੱਚ ਕੜੇ ਪਾ ਕੇ, ਫਿਰ ਪਹਿਲੀ ਬਾਣੀ, ਪਹਿਲੀ ਪੌੜੀ ਦਾ ਜਿਹੜਾ ਪਾਠ ਹੈ ਉਹ ਯਾਦ ਕਰ ਲਿਆ, ਰੱਟ ਲਿਆ ਮੁੰਡਿਆਂ ਨੇ, ਤੇ ਫਿਰ ਉਹਨਾਂ ਨੂੰ ਕਿਹਾ ਕਿ ਅਸੀਂ ਤਾਂ ਤੁਹਾਡੇ ਵਰਗਈਆਂ, ਵੇਖੋ ਅਸੀਂ ਕੜਾ ਪਾਇਆ ਹੋਇਆ, ਤੇ ਜੇ ਤੁਸੀਂ ਸਾਡੇ ਨਾਲ ਵਿਆਹ ਕਰਾਉਣ ਨੂੰ ਤਿਆਰ ਹੋ ਜਾਓ ਤੇ ਅਸੀਂ ਧਰਮ ਵੀ ਤਬਦੀਲ ਕਰਕੇ ਤੁਹਾਡੇ ਧਰਮ ਦੇ ਵਿੱਚ ਆ ਜਾਾਂਗੇ। ਸੋ ਇਸ ਤਰ੍ਹਾਂ ਦੇ ਲਾਰੇ ਲੂਰੇ ਲਾ ਕੇ ਤੇ ਕੁੜੀਆਂ ਨੂੰ ਵਰਗਲਾ ਲਿਆ ਜਾਂਦਾ ਸੀਗਾ। ਤੇ ਕੁੜੀਆਂ ਜਿਹੜੀਆਂ ਛੋਟੀ ਉਮਰ ਦੀਆਂ ਜਾਂ ਫਿਰ ਹਜੇ 20-22 ਸਾਲ ਦੀਆਂ, ਕੋਈ ਅਕਲ ਉਕਲ ਇੰਨੀ ਕੀ ਹੁੰਦੀ ਹੈ, ਸੋ ਉਹ ਇਹਨਾਂ ਦੇ ਝਾਂਸੇ ਦੇ ਵਿੱਚ ਆ ਕੇ ਤੇ ਆਪਣਾ ਸਾਰਾ ਕੁਝ ਹੀ ਲੁਟਾ ਲੈਣਾ। ਫਿਰ ਆਪਣੇ ਪਰਿਵਾਰ ਤੋਂ ਵੀ ਐਂਟੀ ਚੱਲਣ ਲੱਗ ਪੈਣਾ। ਜੇ ਪਰਿਵਾਰ ਸਮਝਾਵੇ ਤਾਂ ਫਿਰ ਪਰਿਵਾਰ ਨੂੰ ਕਹਿਣਾ ਤੁਸੀਂ ਨਹੀਂ, ਇੱਥੇ ਤਾਂ ਸਾਡੇ ਰਾਈਟ ਹੈ ਇੰਗਲੈਂਡ ਦੇ ਵਿੱਚ। ਪਹਿਲਾਂ ਵਰਤਿਆ ਜਾਂਦਾ ਹੈ, ਸਰੀਰਕ ਸੰਬੰਧ ਬਣਾਏ ਜਾਂਦੇ, ਫਿਰ ਸਾਰੇ ਦੋਸਤ ਜਿਹੜੇ ਉਹ ਨੌਜਵਾਨ ਜਿਹੜੇ ਇਹ ਰੈਕਟ ਚਲਾਉਂਦੇ ਨੇ, ਇਦਾਂ ਦੇ ਉਹ ਗਰੁੱਪ ਬਣੇ ਹੁੰਦੇ ਨੇ ਜਿਹੜੇ ਨਸ਼ੇੜੀ ਜੋ ਵੀ ਗੰਦ ਬਲਾ ਹੁੰਦਾ ਹੈ, ਸੋ ਫਿਰ ਉਹ ਸਾਰੇ ਹੀ ਉਹਨਾਂ ਕੁੜੀਆਂ ਨੂੰ ਵਰਤਦੇ ਆ। ਪਾਕਿਸਤਾਨ ਦੇ ਵਿੱਚ ਵੀ ਇੱਕ ਹੀਰਾ ਮੰਡੀ ਹੈ, ਹੀਰਾ ਮੰਡੀ ਵੀ ਉੱਥੇ ਕੁੜੀਆਂ ਦਾ ਸੌਦਾ ਹੁੰਦਾ, ਵੇਚੀਆਂ ਜਾਂਦੀਆਂ ਕੁੜੀਆਂ। ਸੋ ਉੱਥੇ ਫਿਰ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਇੰਗਲੈਂਡ ਦੀਆਂ ਬੌਰਨ ਸਿੱਖਾਂ ਦੀਆਂ ਕੁੜੀਆਂ ਪਾਕਿਸਤਾਨ ਦੇ ਹੀਰਾ ਮੰਡੀ ਦੇ ਵਿੱਚ ਵੀ ਜਾ ਕੇ ਵੇਚੀਆਂ ਗਈਆਂ। ਕੁਛ ਨੂੰ ਕਤਲ ਕਰ ਦਿੱਤਾ ਗਿਆ, ਕੁਛ ਇੰਗਲੈਂਡ ਦੇ ਵਿੱਚ ਹੀ ਰਹੀਆਂ, ਕਿਸੇ ਨੂੰ ਫਿਰ ਧਰਮ ਤਬਦੀਲ ਕਰਵਾ ਲਿਆ ਗਿਆ, ਪਿਆਰ ਪਿਊਰ ਦਾ ਲਾਰਾ ਲਾ ਕੇ ਕਿ ਮੈਂ ਇਹ ਪਿਆਰ ਹੈ, ਇਸ ਤਰ੍ਹਾਂ ਹੈ, ਸਾਡਾ ਧਰਮ ਇਜਾਜ਼ਤ ਨਹੀਂ ਦਿੰਦਾ, ਸੋ ਤੈਨੂੰ ਸਾਡਾ ਧਰਮ ਅਪਣਾਉਣਾ ਪਊਗਾ। ਧਰਮ ਵੀ ਤਬਦੀਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕੁੜੀਆਂ ਨੂੰ ਵਰਤ ਕੇ ਸਾਲ 2 ਸਾਲ ਤੇ ਫਿਰ ਛੱਡ ਦਿੱਤਾ ਗਿਆ ਵੀ ਜਾਓ ਤੁਸੀਂ, ਹੁਣ ਤੁਹਾਡਾ ਆਪਣਾ ਰਾਹ ਤੇ ਸਾਡਾ ਆਪਣਾ ਰਾਹ। ਬਹੁਤ ਸਾਰੀਆਂ ਜਿਹੜੀਆਂ ਰਿਪੋਰਟਾਂ ਲਿਖੀਆਂ ਗਈਆਂ, ਬੜੀਆਂ ਕੁੜੀਆਂ ਗਵਾਚ ਗਈਆਂ, ਬੜੀਆਂ ਕੁੜੀਆਂ ਸਭ ਕੁਝ ਗਵਾ ਕੇ ਘਰਾਂ 'ਚ ਵਾਪਸ ਆ ਗਈਆਂ, ਫਿਰ ਉਹ ਰੁਲਦੀਆਂ ਫਿਰਦੀਆਂ ਅੱਜ ਵੀ ਇੰਗਲੈਂਡ ਦੇ ਵਿੱਚ। ਸਰਕਾਰਾਂ ਸਖਤ ਹੋਈਆਂ, ਸਰਕਾਰਾਂ ਨੇ ਸਟੈਂਡ ਵੀ ਲਿਆ ਕਿ ਇਹ ਬਹੁਤ ਗਲਤ ਹੋ ਰਿਹਾ। ਤੇ ਫਿਰ ਕੀ ਹੋਇਆ, ਕੁਝ ਇਸ ਤਰ੍ਹਾਂ ਦੇ ਗਰੁੱਪ ਬਣਾਏ ਗਏ। ਉਹ ਗਰੁੱਪ ਕੁਝ ਇਦਾਂ ਹੀ ਕਹਿ ਲਓ ਕਿ ਆਪਣੇ ਤੌਰ ਦੇ ਉੱਤੇ ਇੰਡੀਵਿਜੂਅਲੀ ਸੇਵਾ ਦੇ ਤੌਰ ਤੇ ਲੋਕਾਂ ਨੇ ਬਣਾ ਲਏ, ਗੋਰਿਆਂ ਨੇ, ਕੁਛ ਵਿੱਚ ਆਪਣੇ ਵੀ ਇੱਕ ਅੱਧਾ ਹੋਏਗਾ, ਪਰ ਜ਼ਿਆਦਾਤਰ ਇਹ ਗੋਰੇ ਹੁੰਦੇ ਨੇ। ਉਹਨਾਂ ਨੇ ਬਣਾ ਲਿਆ। ਉਹਨਾਂ ਦਾ ਮਕਸਦ ਇਹ ਸੀ ਕਿ ਜਿਹੜੀਆਂ ਮਿਨਰ ਕੁੜੀਆਂ ਨੂੰ ਟਾਰਗੇਟ ਕੀਤਾ ਜਾਂਦਾ ਸੀ, ਉਹ ਬੰਦੇ ਲੱਭ ਕੇ ਫੜਾਵਾਂਗੇ ਪੁਲਿਸ ਨੂੰ। ਉਹਨਾਂ ਦਾ ਮੇਨ ਮਕਸਦ ਇਹ ਸੀਗਾ ਕਿ ਇਹ ਨਹੀਂ ਹੋਣ ਦੇਣਾ ਕੰਮ। ਹਾਂਜੀ, ਫੇਸਬੁੱਕ, YouTube ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਮੇਰੀ ਇਸ ਵੀਡੀਓ ਤੱਕ ਪਹੁੰਚਣ ਵਾਲੇ ਸਾਰੇ ਹੀ ਦੋਸਤਾਂ ਮਿੱਤਰਾਂ ਨੂੰ ਨਿੱਘੀ ਜੀ ਆਇਆਂ ਨੂੰ। ਦੋਸਤੋ, ਬਹੁਤ ਗੰਭੀਰ ਵਿਸ਼ਾ, ਬੜਾ ਖਾਸ ਵਿਸ਼ਾ ਦੇ ਉੱਤੇ ਗੱਲਬਾਤ ਕਰਨੀ ਹੈ ਤੇ ਇਸ ਵੀਡੀਓ ਦਾ ਮਕਸਦ ਸਿਰਫ ਅਵੇਅਰਨੈਸ ਫੈਲਾਉਣਾ ਹੈ, ਨਾ ਕਿਸੇ ਦੇਸ਼ ਦੇ ਕਾਨੂੰਨ ਜਾਂ ਫਿਰ ਕਿਸੇ ਕਾਨੂੰਨੀ ਦਾਇਰੇ ਦੇ ਵਿੱਚ ਕੋਈ ਇੰਟਰਫੇਰੈਂਸ ਕਰਨਾ ਹੈ। ਜੋ ਕਾਨੂੰਨ ਕੰਮ ਕਰ ਰਿਹਾ ਉਹ ਕਰ ਰਿਹਾ, ਕੋਈ ਇੰਟਰਫੇਰੈਂਸ ਨਹੀਂ, ਸਿਰਫ ਅਵੇਅਰਨੈਸ ਫੈਲਾਉਣਾ ਹੈ। ਸੋ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰ ਦਿਓ। ਵਿਸ਼ਾ ਕੀ ਹੈ ਜੀ? ਵਿਸ਼ਾ ਇਹ ਹੈ ਕਿ ਪਿਛਲੇ ਦਿਨੀ ਇੰਗਲੈਂਡ ਦੇ ਵਿੱਚ ਕੁਝ ਘਟਨਾਵਾਂ ਹੋਈਆਂ ਜਿਨ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਹੋ ਰਹੀਆਂ। ਇਹ ਕੀ ਹੈ ਜੀ? ਕੋਈ ਕੁਝ ਬਜ਼ੁਰਗ ਉਮਰ ਦੇ ਸਿੱਖ ਸ਼ਕਲਾਂ ਵਾਲੇ ਲੋਕ ਜਿਨ੍ਹਾਂ ਨੂੰ ਫੜਿਆ ਜਾਂਦਾ ਹੈ, ਘੱਟ ਉਮਰ ਦੀਆਂ ਕੁੜੀਆਂ ਦੇ ਨਾਲ ਚੈਟ ਕਰਦੇ ਆ। WhatsApp ਰਾਹੀਂ ਇਹ ਚੈਟ ਹੁੰਦੀ ਹੈ ਤੇ ਫਿਰ ਉਹਨਾਂ ਨੂੰ ਬਾਅਦ ਵਿੱਚ ਕੈਚ ਕਰ ਲਿਆ ਜਾਂਦਾ ਹੈ, ਮੌਕੇ ਦੇ ਉੱਤੇ ਫੜ ਲਿਆ ਜਾਂਦਾ ਹੈ, ਫਿਰ ਵੀਡੀਓ ਬਣਦੀ ਹੈ ਤੇ ਫਿਰ ਉਹਨਾਂ ਕੋਲੋਂ ਕਬੂਲ ਵੀ ਕਰਵਾਇਆ ਜਾਂਦਾ। ਉਹ ਕਬੂਲ ਕਰਦੇ ਵੀ ਨੇ ਕਿ ਉਹ ਚੈਟ ਕਰ ਰਹੇ ਸੀ, ਗੰਦੀ ਚੈਟ ਕਰ ਰਹੇ ਸੀ, ਅਸ਼ਲੀਲ ਚੈਟ ਕਰ ਰਹੇ ਸੀਗੇ। ਸੋ ਇਹ ਬਹੁਤ ਬਦਨਾਮੀ ਭਰਿਆ ਜਿਹੜਾ ਉਹ ਮੋਮੈਂਟ ਜਿਹੜਾ ਉਹ ਵਰਤਿਆ ਹੁੰਦਾ ਹੈ ਤੇ ਉਸ ਨੂੰ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਦੇਖਦੇ ਆ ਲੋਕ ਤਾਂ ਫਿਰ ਇੱਕ ਉਹ ਆਪਣੇ ਆਪ 'ਚ ਹੀ ਹਰ ਕੋਈ ਸ਼ਰਮਸਾਰ ਹੁੰਦਾ ਹੈ ਕਿ ਦੇਖੋ ਜੀ 70 ਸਾਲ ਦਾ ਬਜ਼ੁਰਗ ਕੀ ਕਰ ਰਿਹਾ, ਗੁਰਦੁਆਰੇ ਦਾ ਗ੍ਰੰਥੀ ਕੀ ਕਰ ਰਿਹਾ, ਇਹ ਸਿੱਖਾਂ ਨੂੰ ਕੀ ਹੋ ਗਿਆ। ਇਹ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ।
ਦੋਸਤੋ ਇਹ ਬਹੁਤ ਵੱਡੀ ਇੱਕ ਘਟਨਾਕ੍ਰਮ, ਵੱਡੀ ਇੱਕ ਪਲੈਨਿੰਗ, ਜਾਂ ਫਿਰ ਕਹਿ ਲਈਏ ਕਿ ਲੋਕ ਕਿਵੇਂ ਫਸਦੇ ਨੇ, ਅੱਜ ਮੈਂ ਸਾਰੀ ਗੱਲਬਾਤ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਾਂਗਾ। ਸੋ ਮੈਂ ਇੱਕ ਵਾਰ ਫਿਰ ਦੁਹਰਾ ਦਿੰਦਾ ਕਿ ਸਿਰਫ ਤੇ ਸਿਰਫ ਅਵੇਅਰਨੈਸ ਵਾਸਤੇ ਹੈ, ਅਸੀਂ ਕਿਸੇ ਦਾ ਪੱਖ ਨਹੀਂ ਪੂਰਦੇ। ਜਿਹੜੇ ਲੋਕ ਫੜੇ ਗਏ ਨੇ ਉਹਨਾਂ ਨੇ ਗਲਤ ਕੀਤਾ, ਇਹ ਗੱਲ ਬਿਲਕੁਲ ਗਲਤ ਆ, ਪਰ ਇਹ ਕਿਵੇਂ ਹੁੰਦਾ ਉਹ ਮੈਂ ਸਾਰੀ ਗੱਲ ਤੁਹਾਡੇ ਨਾਲ ਅੱਜ ਇਸ ਵੀਡੀਓ ਰਾਹੀਂ ਸਾਂਝੀ ਕਰਾਂਗਾ। ਦੋਸਤੋ, ਇੰਗਲੈਂਡ ਦੇ ਵਿੱਚ ਇੱਕ ਰੁਝਾਨ ਬਹੁਤ ਲੰਬੇ ਸਮੇਂ ਤੋਂ ਹੈ, ਜਿਹਦੇ ਤੋਂ ਸਾਡੇ ਪੰਜਾਬੀ ਸਿੱਖ ਪਰਿਵਾਰ ਪੀੜਤ ਨੇ। ਇੰਗਲੈਂਡ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ, ਬੜੇ ਸਾਲ ਪਹਿਲਾਂ ਤੋਂ ਇੱਕ ਵਰਤਾਰਾ ਚੱਲਦਾ ਆਇਆ ਕਿ ਸਿੱਖਾਂ ਦੀਆਂ ਕੁੜੀਆਂ ਜਿਹੜੀਆਂ ਨੇ ਉਹ ਚਾਹੇ ਮਿਨਰ ਨੇ, 18 ਤੋਂ ਥੱਲੇ ਨੇ, 18 ਤੋਂ ਉੱਪਰ ਵੀ ਹੋ ਸਕਦੀਆਂ, 24 25 ਤੱਕ ਵੀ, 30 ਤੱਕ ਵੀ ਹੋ ਸਕਦੀਆਂ। ਸੋ ਉਹਨਾਂ ਨੂੰ ਵਰਗਲਾ ਕੇ ਤੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾਉਣੇ, ਉਸ ਤੋਂ ਬਾਅਦ ਉਹਨਾਂ ਨੂੰ ਵਰਤਣਾ, ਫਿਰ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਲਾ ਦੇਣਾ, ਫਿਰ ਮਤਲਬ ਕਿ ਉਹਨਾਂ ਨੂੰ ਵੇਚ ਦੇਣਾ। ਇਸ ਤਰ੍ਹਾਂ ਦੇ ਜਿਹੜੇ ਹੈ ਉਹ ਕੰਮ ਹੁੰਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ। ਇੰਗਲੈਂਡ ਦੀ ਸਰਕਾਰ, ਪੁਲਿਸ ਵੱਲੋਂ ਤੇ ਕੁਝ ਸਿੱਖਾਂ ਦੇ ਜਿਹੜੇ ਗਰੁੱਪ ਬਣਾਏ ਹੋਏ ਆ, ਸਿੱਖ ਨੌਜਵਾਨਾਂ ਦੇ ਜਿਹੜੇ ਸਿੱਖ ਯੂਥ UK ਸ਼ੇਰੇ ਪੰਜਾਬ ਗਰੁੱਪ, ਸੋ ਇਹਨਾਂ ਨੇ ਬਹੁਤ ਵਧੀਆ ਰੋਲ ਨਿਭਾ ਕੇ ਤੇ ਉਹ ਲੋਕਾਂ ਨੂੰ ਜਿਹੜਾ ਹੈ ਐਕਸਪੋਜ਼ ਕੀਤਾ। ਫਿਰ ਉਹਨਾਂ ਦੇ ਕਈ ਵਾਰੀ ਛਿੱਤਰ ਪਰੇਡ ਵੀ ਹੋਈ ਹੈ, ਉਹਨਾਂ ਨੂੰ ਪੁਲਿਸ ਕੋਲ ਫੜਾਇਆ ਵੀ ਗਿਆ। ਦੋਸਤੋ, ਇਹ ਬਹੁਤ ਵੱਡੀਆਂ ਘਟਨਾਵਾਂ ਹੋਈਆਂ ਕਿ ਜਦੋਂ ਕੁਝ ਜਿਹੜੇ ਬੰਦੇ ਸੀ ਉਹ ਪਾਕਿਸਤਾਨੀ ਮੂਲ ਦੇ ਜਿਹੜੇ ਸੀਗੇ, ਹੈ ਨਾ। ਅਸੀਂ ਮੈਂ ਪਹਿਲਾਂ ਬੇਨਤੀ ਕਰ ਦਿੰਦਾ ਕਿ ਅਸੀਂ ਕਿਸੇ ਵੀ ਦੇਸ਼ ਦੇ, ਕਿਸੇ ਇੱਕ ਕਮਿਊਨਿਟੀ ਦੇ ਨੂੰ ਟਾਰਗੇਟ ਨਹੀਂ ਕਰਦੇ, ਪਰ ਇਹ ਘਟਨਾਵਾਂ ਦਾ ਹਵਾਲਾ ਮੈਂ ਤਾਂ ਦੇ ਰਿਹਾ ਕਿ ਇਹ ਜੋ ਸਿੱਖਾਂ ਦੀਆਂ ਕੁੜੀਆਂ ਨੂੰ ਟਾਰਗੇਟ ਕੀਤਾ ਗਿਆ ਸੀ ਪਿਛਲੇ ਸਮੇਂ ਦੇ ਵਿੱਚ, ਉਹ ਪਾਕਿਸਤਾਨੀ ਨੌਜਵਾਨਾਂ ਵੱਲੋਂ ਕੀਤਾ ਜਾਂਦਾ ਰਿਹਾ। ਆਲਮੋਸਟ, ਮੈਂ ਸਾਰੇ ਨਹੀਂ ਕਹਿੰਦਾ, ਕੁਝ ਹੋਰ ਵੀ ਹੋਣਗੇ, ਪਰ ਆਲਮੋਸਟ ਇਸ ਤਰ੍ਹਾਂ ਹੋਇਆ। ਤੇ ਇਦਾਂ ਦੀਆਂ ਘਟਨਾਵਾਂ ਵੀ ਹੋਈਆਂ, ਇੰਨੀਆਂ ਦਰਦਨਾਕ ਘਟਨਾਵਾਂ ਕਿ ਇੱਥੋਂ ਕੁੜੀ ਨੂੰ, ਜਿਹੜੀ ਇੱਥੋਂ ਦੀਆਂ ਬੌਰਨ ਬੱਚੀਆਂ ਨੇ ਸਿੱਖਾਂ ਦੀਆਂ, ਉਹਨਾਂ ਨੂੰ ਵਰਗਲਾ ਲਿਆ, ਹੱਥਾਂ ਦੇ ਵਿੱਚ ਕੜੇ ਪਾ ਕੇ, ਫਿਰ ਪਹਿਲੀ ਪੌੜੀ ਦਾ ਜਿਹੜਾ ਪਾਠ ਹੈ ਉਹ ਯਾਦ ਕਰ ਲਿਆ, ਰੱਟ ਲਿਆ ਮੁੰਡਿਆਂ ਨੇ, ਤੇ ਫਿਰ ਉਹਨਾਂ ਨੂੰ ਕਿਹਾ ਕਿ ਅਸੀਂ ਤਾਂ ਤੁਹਾਡੇ ਵਰਗੀਆਂ, ਵੇਖੋ ਅਸੀਂ ਕੜਾ ਪਾਇਆ ਹੋਇਆ, ਤੇ ਜੇ ਤੁਸੀਂ ਸਾਡੇ ਨਾਲ ਵਿਆਹ ਕਰਾਉਣ ਨੂੰ ਤਿਆਰ ਹੋ ਜਾਓ ਤੇ ਅਸੀਂ ਧਰਮ ਵੀ ਤਬਦੀਲ ਕਰਕੇ ਤੁਹਾਡੇ ਧਰਮ ਦੇ ਵਿੱਚ ਆ ਜਾਾਂਗੇ। ਸੋ ਇਸ ਤਰ੍ਹਾਂ ਦੇ ਲਾਰੇ ਲੂਰੇ ਲਾ ਕੇ ਤੇ ਕੁੜੀਆਂ ਨੂੰ ਵਰਗਲਾ ਲਿਆ ਜਾਂਦਾ ਸੀਗਾ। ਤੇ ਕੁੜੀਆਂ ਜਿਹੜੀਆਂ ਛੋਟੀ ਉਮਰ ਦੀਆਂ ਜਾਂ ਫਿਰ ਹਜੇ 20-22 ਸਾਲ ਦੀ ਆ, ਕੋਈ ਅਕਲ ਇੰਨੀ ਕੀ ਹੁੰਦੀ ਹੈ, ਸੋ ਉਹ ਇਹਨਾਂ ਦੇ ਝਾਂਸੇ ਦੇ ਵਿੱਚ ਆ ਕੇ ਤੇ ਆਪਣਾ ਸਾਰਾ ਕੁਝ ਹੀ ਲੁਟਾ ਲੈਣਾ, ਫਿਰ ਆਪਣੇ ਪਰਿਵਾਰ ਤੋਂ ਵੀ ਐਂਟੀ ਚੱਲਣ ਲੱਗ ਪੈਣਾ। ਜੇ ਪਰਿਵਾਰ ਸਮਝਾਵੇ ਤਾਂ ਫਿਰ ਪਰਿਵਾਰ ਨੂੰ ਕਹਿਣਾ ਤੁਸੀਂ ਨਹੀਂ, ਇੱਥੇ ਤਾਂ ਸਾਡੇ ਰਾਈਟ ਹੈ ਇੰਗਲੈਂਡ ਦੇ ਵਿੱਚ, ਇਹ ਕੰਟਰੀਆਂ ਸਾਨੂੰ ਰਾਈਟ ਦਿੰਦੀਆਂ, ਤੁਸੀਂ ਕੌਣ ਹੁੰਨੇ ਹੋ ਸਮਝਾਉਣ ਵਾਲੇ। ਮਾਂ ਪਿਓ ਦੀਆਂ ਵੀ ਗੱਲਾਂ ਬਾਤਾਂ ਸਮਝਣੀਆਂ ਸੁਣਨੀਆਂ ਬੰਦ ਕਰ ਦਿੰਦੀਆਂ ਸੀ ਕੁੜੀਆਂ। ਤੇ ਫਿਰ ਕੀ ਹੋਇਆ ਕਿ ਇਹਨਾਂ ਕੁੜੀਆਂ ਨੂੰ ਪਹਿਲਾਂ ਵਰਤਿਆ ਜਾਂਦਾ ਹੈ, ਸਰੀਰਕ ਸੰਬੰਧ ਬਣਾਏ ਜਾਂਦੇ, ਫਿਰ ਸਾਰੇ ਦੋਸਤ ਜਿਹੜੇ ਉਹ ਨੌਜਵਾਨ ਜਿਹੜੇ ਇਹ ਰੈਕਟ ਚਲਾਉਂਦੇ ਨੇ, ਇਦਾਂ ਦੇ ਉਹ ਗਰੁੱਪ ਬਣੇ ਹੁੰਦੇ ਨੇ ਜਿਹੜੇ ਨਸ਼ੇੜੀ ਜੋ ਵੀ ਗੰਦ ਬਲਾ ਹੁੰਦਾ ਹੈ, ਸੋ ਫਿਰ ਉਹ ਸਾਰੇ ਹੀ ਉਹਨਾਂ ਕੁੜੀਆਂ ਨੂੰ ਵਰਤਦੇ ਆ। ਵਰਤਣ ਤੋਂ ਬਾਅਦ ਫਿਰ ਕੀ ਕੀਤਾ ਜਾਂਦਾ, ਪਾਕਿਸਤਾਨ ਲੈ ਕੇ ਗਏ। ਇਹ ਕੁਝ ਘਟਨਾਵਾਂ ਦਾ ਮੈਂ ਜ਼ਿਕਰ ਕਰ ਰਿਹਾ, ਇਹ ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹ ਸਕਦੇ ਹੋ ਇਹਨਾਂ ਘਟਨਾਵਾਂ ਨੂੰ, ਇਹ ਮੇਰੀਆਂ ਆਪਣੀਆਂ ਬਣਾਈਆਂ ਹੋਈਆਂ ਨਹੀਂ, ਇਹਦੇ ਬਕਾਇਦਾ ਪ੍ਰੂਫ ਨੇ ਅਖਬਾਰਾਂ ਦੇ ਵਿੱਚ ਤੇ ਇੰਟਰਨੈਟ ਦੇ ਉੱਤੇ ਸਰਚ ਕਰ ਸਕਦੇ ਹੋ। ਪਾਕਿਸਤਾਨ ਲਿਜਾ ਕੇ ਫਿਰ ਉੱਥੇ ਜਿਵੇਂ ਦਿੱਲੀ ਦੇ ਵਿੱਚ ਇੱਕ ਜਿਹੜਾ ਵੇਸਵਾ ਗਮਣੀ ਦਾ ਬਾਜ਼ਾਰ ਜਿਹੜਾ ਦਿੱਲੀ ਦਾ ਬਹੁਤ ਮਸ਼ਹੂਰ ਹੈ, ਇਸੇ ਤਰ੍ਹਾਂ ਹੋਰ ਸ਼ਹਿਰਾਂ ਦੇ ਵਿੱਚ ਨੇ, ਤੁਸੀਂ ਸੁਣਿਆ ਹੋਣਾ। ਸੋ ਇਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਇੱਕ ਹੀਰਾ ਮੰਡੀ ਹੈ, ਹੀਰਾ ਮੰਡੀ ਵੀ ਉੱਥੇ ਕੁੜੀਆਂ ਦਾ ਸੌਦਾ ਹੁੰਦਾ ਹੈ, ਵੇਚੀਆਂ ਜਾਂਦੀਆਂ ਕੁੜੀਆਂ। ਸੋ ਉੱਥੇ ਫਿਰ ਦੇਹ ਵਪਾਰ ਦਾ ਧੰਦਾ ਚੱਲਦਾ ਹੈ। ਇੰਗਲੈਂਡ ਦੀਆਂ ਬੌਰਨ ਸਿੱਖਾਂ ਦੀਆਂ ਕੁੜੀਆਂ ਪਾਕਿਸਤਾਨ ਦੇ ਹੀਰਾ ਮੰਡੀ ਦੇ ਵਿੱਚ ਵੀ ਜਾ ਕੇ ਵੇਚੀਆਂ ਗਈਆਂ। ਕੁਛ ਨੂੰ ਕਤਲ ਕਰ ਦਿੱਤਾ ਗਿਆ, ਕੁਛ ਇੰਗਲੈਂਡ ਦੇ ਵਿੱਚ ਹੀ ਰਹੀਆਂ, ਕਿਸੇ ਨੂੰ ਫਿਰ ਧਰਮ ਤਬਦੀਲ ਕਰਵਾ ਲਿਆ ਗਿਆ, ਪਿਆਰ ਪਿਊਰ ਦਾ ਲਾਰਾ ਲਾ ਕੇ ਕਿ ਮੈਂ ਇਹ ਪਿਆਰ ਹੈ, ਇਸ ਤਰ੍ਹਾਂ ਹੈ, ਸਾਡਾ ਧਰਮ ਇਜਾਜ਼ਤ ਨਹੀਂ ਦਿੰਦਾ, ਸੋ ਤੈਨੂੰ ਸਾਡਾ ਧਰਮ ਅਪਣਾਉਣਾ ਪਊਗਾ। ਧਰਮ ਵੀ ਤਬਦੀਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕੁੜੀਆਂ ਨੂੰ ਵਰਤ ਕੇ ਸਾਲ 2 ਸਾਲ ਤੇ ਫਿਰ ਛੱਡ ਦਿੱਤਾ ਗਿਆ ਵੀ ਜਾਓ ਤੁਸੀਂ, ਹੁਣ ਤੁਹਾਡਾ ਆਪਣਾ ਰਾਹ ਤੇ ਸਾਡਾ ਆਪਣਾ ਰਾਹ। ਕੁਛ ਇਹ ਗੁੰਮਰਾਹ ਹੋਏ ਲੋਕ, ਮੁਸਲਿਮ ਧਰਮ ਕਦੀ ਵੀ ਇਸ ਤਰ੍ਹਾਂ ਦੇ ਕੰਮ ਨਹੀਂ ਸਿਖਾਉਂਦਾ, ਕਦੇ ਵੀ ਜਿਹੜੀ ਪਵਿੱਤਰ ਕੁਰਾਨ ਹੈ ਉਹ ਇਹ ਚੀਜ਼ਾਂ ਨਹੀਂ ਸਿਖਾਉਂਦੀ ਕਿ ਕਿਸੇ ਨਾਲ ਵੀ ਤੁਸੀਂ ਮਾੜੀ ਕਰੋ, ਕੋਈ ਵੀ ਧਰਮ ਨਹੀਂ ਸਿਖਾਉਂਦਾ। ਸੋ ਅਸੀਂ ਇਕੱਲੇ ਮੁਸਲਮਾਨ ਧਰਮ ਦੀ ਗੱਲ ਨਹੀਂ ਕਰਦੇ, ਪਰ ਵਿੱਚ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦੇ ਬ੍ਰੇਨ ਵਾਸ਼ ਉਹਨਾਂ ਦੇ ਹੀ ਕੁਝ ਲੋਕਾਂ ਵੱਲੋਂ ਕੀਤੇ ਹੁੰਦੇ ਆ ਕਿ ਭਾਈ ਜੇ ਤੁਸੀਂ ਫਲਾਣੇ ਧਰਮ ਦੇ ਵਿੱਚੋਂ ਉਹਨਾਂ ਦੀਆਂ ਕੁੜੀਆਂ ਨੂੰ ਵਿਆਹ ਕੇ ਆਪਣੇ ਧਰਮ 'ਚ ਤਬਦੀਲ ਕਰੋਗੇ, ਉਹਨਾਂ ਨਾਲ ਜਿਹੜਾ ਹੈ ਸਰੀਰਕ ਸੰਬੰਧ ਬਣਾਓਗੇ, ਤਾਂ ਇਹਦੇ ਨਾਲ ਰੱਬ ਖੁਸ਼ ਹੁੰਦਾ, ਅੱਲਾਹ ਖੁਸ਼ ਹੁੰਦਾ। ਪਰ ਮੁਸਲਿਮ ਧਰਮ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਹੈ। ਮੇਰੇ ਬਹੁਤ ਸਾਰੇ ਦੋਸਤ ਨੇ ਇੰਗਲੈਂਡ ਦੇ ਵਿੱਚ, ਉਹ ਮੁਸਲਿਮ ਨੇ
ਇੱਥੇ ਡਾਕਟਰ ਨੇ, ਮੁਸਲਿਮ ਡਾਕਟਰ ਨੇ, ਬੜੇ ਵਧੀਆ ਨੇ ਉਹ, ਬੜੇ ਵਧੀਆ ਗੱਲਬਾਤ ਹੈ, ਰੱਬ ਨੂੰ ਮੰਨਣ ਵਾਲੇ ਨੇ, ਅੱਲਾ ਨੂੰ ਮੰਨਣ ਵਾਲੇ ਆ। ਸੋ ਉਹਨਾਂ ਦੇ ਵਿੱਚ ਮੈਂ ਇਹ ਚੀਜ਼ਾਂ ਕਦੀ ਵੀ ਨਹੀਂ ਦੇਖੀਆਂ। ਇਹ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਦਾ ਬ੍ਰੇਨ ਉੱਥੇ ਸੈੱਟ ਹੋਇਆ ਹੁੰਦਾ ਵੀ ਜੇ ਅਸੀਂ ਦੂਜੇ ਧਰਮਾਂ ਦੀਆਂ ਕੁੜੀਆਂ ਨੂੰ ਵਿਆਹ ਕੇ ਉਹਨਾਂ ਨੂੰ ਜੇ ਉਹਨਾਂ ਦਾ ਧਰਮ ਤਬਦੀਲ ਕਰਾਈਏ, ਉਹਨਾਂ ਨਾਲ ਸਰੀਰਕ ਸੰਬੰਧ ਬਣਾਈਏ, ਉਹਨਾਂ ਤੋਂ ਬੱਚੇ ਪੈਦਾ ਕਰੀਏ, ਤੇ ਇਹ ਧਰਮ ਦਾ ਹੀ ਕੰਮ ਆ। ਕੁਝ ਇਸ ਤਰ੍ਹਾਂ ਦੇ ਨੇ, ਕੁਝ ਵੈਸੇ ਹੀ ਜਿਹੜੇ ਨੇ ਉਹ ਜੈਲਸ ਹੁੰਦੇ ਨੇ, ਸ਼ਾਇਦ ਸਿੱਖਾਂ ਤੋਂ ਜੈਲਸ ਹੁੰਦੇ ਨੇ ਕਿ ਸਿੱਖ ਕੌਮ ਦੀ ਇੱਥੇ ਚੜ੍ਹਾਈ ਬੜੀ ਹੈ, ਸੋ ਇਹਨਾਂ ਦੀਆਂ ਕੁੜੀਆਂ ਦੇ ਨਾਲ ਇਸ ਤਰ੍ਹਾਂ ਕੀਤਾ ਜਾਵੇ। ਖੈਰ, ਇਹ ਵਿਸ਼ੇ ਨੂੰ ਮੈਂ ਇੱਥੇ ਲਿਆ ਕੇ ਹੁਣ ਜੋੜਦਾ ਕਿੱਦਾਂ ਹੈ। ਸੋ ਉਹ ਰੈਕਟ ਨਾ ਬਹੁਤ ਲੰਬੇ ਸਮੇਂ ਤੋਂ ਜਿਹੜਾ ਇੰਗਲੈਂਡ ਦੇ ਵਿੱਚ ਚੱਲਿਆ, ਜਿਹਦੇ ਤੋਂ ਹਜ਼ਾਰਾਂ ਸਿੱਖ ਪਰਿਵਾਰ ਜਿਹੜੇ ਨੇ ਉਹ ਪੀੜਤ ਹੋਏ। ਬਹੁਤ ਸਾਰੀਆਂ ਜਿਹੜੀਆਂ ਰਿਪੋਰਟਾਂ ਲਿਖੀਆਂ ਗਈਆਂ, ਬੜੀਆਂ ਕੁੜੀਆਂ ਗਵਾਚ ਗਈਆਂ, ਬੜੀਆਂ ਕੁੜੀਆਂ ਸਭ ਕੁਝ ਗਵਾ ਕੇ ਘਰਾਂ 'ਚ ਵਾਪਸ ਆ ਗਈਆਂ, ਫਿਰ ਉਹ ਰੁਲਦੀਆਂ ਫਿਰਦੀਆਂ ਅੱਜ ਵੀ ਇੰਗਲੈਂਡ ਦੇ ਵਿੱਚ। ਇਹ ਸਾਰਾ ਕੁਝ ਜਦੋਂ ਚੱਲਿਆ ਤੇ ਫਿਰ ਇਹ ਰੈਕਟ ਕੀ ਕਰਨ ਲੱਗਿਆ, ਇਹਦੇ ਵਿੱਚ ਪਾਕਿਸਤਾਨੀ ਨਹੀਂ, ਹੁਣ ਮੈਂ ਪੰਜਾਬੀ, ਆਪਣੇ ਚੜ੍ਹਦੇ ਪੰਜਾਬ ਦੇ ਵੀ ਮੈਂ ਤੁਹਾਨੂੰ ਦੱਸਣ ਲੱਗਾ। ਸੋ ਕੁਝ ਇੱਧਰਲੇ, ਕੁਝ ਉੱਧਰਲੇ, ਜ਼ਿਆਦਾਤਰ ਵੀਡੀਓਜ਼ ਇਹਨਾਂ ਦੀਆਂ ਸਾਹਮਣੇ ਆਉਂਦੀਆਂ ਕਿ ਇਹ ਮਿਨਰ ਕੁੜੀਆਂ ਜਿਹੜੀਆਂ ਹੁੰਦੀਆਂ 18 ਤੋਂ ਥੱਲੇ, ਜਿਨ੍ਹਾਂ ਦੀ ਉਮਰ 13-14 ਸਾਲ ਹੈ, ਸੋ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕਰਨਾ, ਉਹਨਾਂ ਦੇ ਨਾਲ ਚੈਟ ਕਰਨੀ, ਸਕੂਲਾਂ ਦੇ ਅੱਗੇ ਜਾ ਕੇ ਖੜਨਾ, ਸੋ ਉਹਨਾਂ ਨੂੰ ਟਾਰਗੇਟ ਕਰਨਾ, ਫਿਰ ਵਰਗਲਾ ਕੇ ਉਹੀ ਨਸ਼ੇ ਵਾਲਾ ਕੰਮ ਕਰਨਾ, ਸਰੀਰਕ ਸੰਬੰਧ ਬਣਾਉਣੇ। ਸੋ ਇਹ ਸਾਰਾ ਕੁਝ ਬਹੁਤ ਵੱਡੇ ਪੱਧਰ ਤੇ ਚੱਲਿਆ, ਜਿਸ ਤੋਂ ਬਾਅਦ ਫਿਰ ਪੁਲਿਸ ਇਹਦੇ ਉੱਤੇ ਸਖਤ ਹੋਈ, ਸਰਕਾਰਾਂ ਸਖਤ ਹੋਈਆਂ, ਸਰਕਾਰਾਂ ਨੇ ਸਟੈਂਡ ਵੀ ਲਿਆ ਕਿ ਇਹ ਬਹੁਤ ਗਲਤ ਹੋ ਰਿਹਾ। ਤੇ ਫਿਰ ਕੀ ਹੋਇਆ, ਕੁਝ ਇਸ ਤਰ੍ਹਾਂ ਦੇ ਗਰੁੱਪ ਬਣਾਏ ਗਏ। ਉਹ ਗਰੁੱਪ ਕੁਝ ਐਦਾਂ ਹੀ ਕਹਿ ਲਓ ਕਿ ਆਪਣੇ ਤੌਰ ਦੇ ਉੱਤੇ ਇੰਡੀਵਿਜੂਅਲੀ ਸੇਵਾ ਦੇ ਤੌਰ ਤੇ ਲੋਕਾਂ ਨੇ ਬਣਾ ਲਏ, ਗੋਰਿਆਂ ਨੇ, ਕੁਝ ਵਿੱਚ ਆਪਣੇ ਵੀ ਇੱਕ ਅੱਧਾ ਹੋਏਗਾ, ਪਰ ਜ਼ਿਆਦਾਤਰ ਇਹ ਗੋਰੇ ਹੁੰਦੇ ਨੇ। ਉਹਨਾਂ ਨੇ ਬਣਾ ਲਿਆ। ਉਹਨਾਂ ਦਾ ਮਕਸਦ ਇਹ ਸੀ ਕਿ ਜਿਹੜੀਆਂ ਮਿਨਰ ਕੁੜੀਆਂ ਨੂੰ ਟਾਰਗੇਟ ਕੀਤਾ ਜਾਂਦਾ ਸੀ, ਉਹ ਬੰਦੇ ਲੱਭ ਕੇ ਫੜਾਵਾਂਗੇ ਪੁਲਿਸ ਨੂੰ। ਉਹਨਾਂ ਦਾ ਮੇਨ ਮਕਸਦ ਇਹ ਸੀਗਾ ਕਿ ਇਹ ਨਹੀਂ ਹੋਣ ਦੇਣਾ ਕੰਮ। ਸੋ ਉਹ ਗਰੁੱਪ ਬਣ ਗਏ। ਕਿਸੇ ਨੇ ਕੋਈ ਨਾਮ, ਆਪਣਾ ਗਰੁੱਪ ਦਾ ਨਾਮ ਮੈਨੂੰ ਐਗਜ਼ੈਕਟ ਪਤਾ ਨਹੀਂ ਨਾਮ, ਪਰ ਮੈਂ ਨਾਮ ਲੈਣਾ ਨਹੀਂ, ਕਿਉਂਕਿ ਮੈਂ ਇੱਕ ਵੀ ਪੁਆਇੰਟ ਜਿਹੜਾ ਉਹ ਕਾਨੂੰਨ ਤੋਂ ਬਾਹਰ ਜਾ ਕੇ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਹ ਕੰਟਰੀਜ਼ ਜਿਹੜੀਆਂ ਐਸੀਆਂ ਨੇ, ਇੱਥੇ ਕੁਝ ਵੀ ਜੇ ਗਲਤ ਹੁੰਦਾ ਤੇ ਆਪਾਂ ਨੂੰ ਕਾਨੂੰਨ ਤੱਕ ਪਹੁੰਚ ਕਰਨੀ ਚਾਹੀਦੀ ਹੈ। ਪਰ ਆਪਾਂ ਇਹ ਸਾਰਾ ਕੁਝ ਜੇ ਉਹਨਾਂ ਦਾ ਸੀਕ੍ਰੇਟ ਹੈ, ਉਹ ਆਪਣੇ ਹਿਸਾਬ ਨਾਲ ਚੱਲਣ, ਦੁਨੀਆ ਆਪਣੇ ਹਿਸਾਬ ਨਾਲ ਚੱਲੇ, ਤੁਸੀਂ ਆਪਣੇ ਕਰੈਕਟਰ ਵਾਈਜ਼ ਸਹੀ ਹੋਵੋ ਤਾਂ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਹੈਗਾ। ਸੋ ਗੱਲ ਇਹ ਹੋਈ ਕਿ ਕੁਝ ਗਰੁੱਪ ਬਣੇ ਜਿਨ੍ਹਾਂ ਨੇ ਕਿਸੇ ਨੇ ਆਪਣਾ ਨਾਮ ਹੰਟਰਸ ਰੱਖਿਆ, ਕਿਸੇ ਨੇ ਕੁਝ ਰੱਖਿਆ। ਸੋ ਅਸੀਂ ਮਤਲਬ ਕਿ ਇਸ ਤਰ੍ਹਾਂ ਫੜਾਂਗੇ। ਉਹਨਾਂ ਨੇ ਆਪਣੀਆਂ ਪਲੈਨਿੰਗਸ ਬਣਾਈਆਂ। ਹੁਣ ਉਹ ਸਮਾਂ ਆ ਗਿਆ ਕਿ ਪਿਛਲੇ 4-5 ਸਾਲ ਤੋਂ 6 ਸਾਲ ਤੋਂ ਪਾਕਿਸਤਾਨੀ ਮੁੰਡੇ ਜਿਹੜੇ ਨੇ ਉਹ ਇਹਨਾਂ ਗਰੁੱਪਸ ਨੇ ਫੜੇ ਕਿ ਜੋ ਕੁੜੀਆਂ ਨੂੰ ਟਾਰਗੇਟ ਕਰਦੇ ਆ ਜੀ। ਇਹ ਗਰੁੱਪ ਪਹੁੰਚਦਾ ਉੱਥੇ, ਹੁੰਦੀ ਕਿਵੇਂ ਘਟਨਾ ਹੁੰਦੀ ਹੈ। ਉਹ ਜਿਹੜਾ ਜਿਹਨੂੰ ਟਾਰਗੇਟ ਕਰਨਾ ਹੁੰਦਾ ਜਾਂ ਜਿਹਨੂੰ ਫੜਨਾ ਹੁੰਦਾ, ਉਹ ਬੰਦਾ ਉਸ ਕੁੜੀ ਨੂੰ ਮਿਲਣ ਵਾਸਤੇ ਪਹੁੰਚਿਆ ਹੁੰਦਾ ਉਸ ਸਪੋਰਟ ਦੇ ਉੱਤੇ ਜਿਹਦੇ ਨਾਲ ਉਹ ਚੈਟ ਕਰ ਰਿਹਾ, ਉਹ ਉਹਦੇ ਨਾਲ ਗੱਲਬਾਤ ਕਰਕੇ ਕਿ ਤੈਨੂੰ ਮੈਂ ਮਿਲਣ ਆ ਰਿਹਾ ਫਲਾਨੀ ਥਾਂ ਦੇ ਉੱਤੇ। ਤੇ ਜਦੋਂ ਉਹ ਬੰਦਾ ਜਿਹੜਾ ਹੈ ਉਹ ਮਿਲਣ ਪਹੁੰਚਦਾ ਉਸ ਕੁੜੀ ਨੂੰ, ਤਾਂ ਉੱਥੇ ਇਹ ਗਰੁੱਪ ਪਹੁੰਚ ਜਾਂਦਾ, ਜਾ ਕੇ ਉਹਨੂੰ ਫੜ ਲਿਆ ਜਾਂਦਾ। ਫੜ ਕੇ ਵੀਡੀਓ ਸਟਾਰਟ ਕਰ ਲਈ ਜਾਂਦੀ ਹੈ। ਫਿਰ ਉਹਨੂੰ ਉਹਦੀ ਚੈਟ ਦਿਖਾਈ ਜਾਂਦੀ ਸਾਰੀ ਕਿ ਆਹ ਦੇਖ ਤੂੰ ਕਿੰਨੀ ਅਸ਼ਲੀਲ ਚੈਟ ਕੀਤੀ ਹੈ, ਤੇ ਤੈਨੂੰ ਇਸ ਕੁੜੀ ਨੇ ਸ਼ੁਰੂ ਦੇ ਵਿੱਚ ਦੱਸਿਆ ਕਿ ਮੈਂ 13 ਸਾਲ ਦੀ ਹਾਂ, ਤੇ ਤੂੰ ਫਿਰ ਵੀ ਨਹੀਂ ਰੁਕਿਆ, ਤੇ ਤੂੰ ਫਿਰ ਵੀ ਉਹਦੇ ਨਾਲ ਇਦਾਂ ਦੀ ਚੈਟ ਕੀਤੀ, ਉਹਨੂੰ ਮਿਲਣ ਲਈ ਬੁਲਾਇਆ, ਉਹਨੂੰ ਇਦਾਂ ਦੀਆਂ ਤਸਵੀਰਾਂ ਭੇਜੀਆਂ, ਉਹਦੇ ਕੋਲ ਇਦਾਂ ਦੀ ਤਸਵੀਰਾਂ ਦੀ ਮੰਗ ਕੀਤੀ। ਫਿਰ ਉਸ ਬੰਦੇ ਦੀ ਜਿਹੜੀ ਹੈ ਬਦਨਾਮੀ ਜਿਹੜੀ ਹੁੰਦੀ ਹੈ ਜਦੋਂ ਵੀਡੀਓ ਬਣ ਜਾਂਦੀ ਹੈ। ਸੋ ਉਹਨੂੰ ਸਾਰਾ ਵੀਡੀਓ ਦੇ ਵਿੱਚ ਨੰਗਾ ਕਰ ਦਿੱਤਾ ਜਾਂਦਾ ਹੈ, ਉਹਦੀ ਕਮਿਊਨਿਟੀ ਦੇ ਵਿੱਚ। ਫਿਰ ਉਹਦੀ ਜਿਹੜੀ ਜੋ ਹੁੰਦੀ ਹੈ ਉਹ ਸਾਰਾ ਕੁਝ ਹੁੰਦਾ, ਹੋਣਾ ਵੀ ਚਾਹੀਦਾ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇਹ ਆਪ ਹੀ ਅੰਡਰਸਟੂਡ ਹੋਣੀਆਂ ਚਾਹੀਦੀਆਂ ਕਿ ਇਹ ਕਾਨੂੰਨ, ਇਹ ਦੇਸ਼ ਜਿਹੜੇ ਕਹਿੰਦੇ ਨੇ ਕਿ 18 ਸਾਲ ਤੋਂ ਥੱਲੇ ਕੋਈ ਲੜਕੀ ਹੈ, ਉਹਨੂੰ ਤੁਸੀਂ ਵਰਗਲਾ ਨਹੀਂ ਸਕਦੇ, ਉਹਨੂੰ ਤੁਸੀਂ ਮੈਸੇਜ ਨਹੀਂ ਕਰ ਸਕਦੇ ਬਿਨਾ ਵਜ੍ਹਾ ਤੋਂ। ਜੇ ਤੁਹਾਨੂੰ ਕੋਈ ਕਰਦੀ ਵੀ ਹੈ ਤਾਂ ਤੁਸੀਂ ਉਹਨੂੰ ਬਲੌਕ ਕਰ ਦਿਓ, ਉਹਦੀ ਰਿਪੋਰਟ ਕਰੋ, ਉਹਦੇ ਘਰਦਿਆਂ ਨੂੰ ਦੱਸ ਸਕਦੇ ਹੋ। ਇਹ ਨਹੀਂ ਕਿ ਤੁਸੀਂ ਵੀ ਉਹ ਤਰੀਕੇ ਚੱਲ ਜਾਓ ਭਈ ਇਹਨੇ ਸ਼ੁਰੂ ਕੀਤੀ ਸੀ ਹੁਣ ਮੈਂ ਕੀ ਕਰਾਂ। ਸੋ ਇਸ ਤਰੀਕੇ ਦੇ ਨਾਲ ਕੀ ਹੁੰਦਾ ਹੈ ਕਿ ਇਹ ਸਾਰਾ ਇੱਕ ਮਤਲਬ ਗੈਰ ਕਾਨੂੰਨੀ ਚੀਜ਼ ਹੈ, ਇਸ ਤਰ੍ਹਾਂ ਨਹੀਂ ਕਰ ਸਕਦੇ। 18 ਸਾਲ ਤੋਂ ਉੱਪਰ ਹੈ, ਫਿਰ ਉਹ ਕੁੜੀ ਦੀ ਮਰਜ਼ੀ ਹੈ, ਉਹ ਬੰਦੇ ਦੀ ਮਰਜ਼ੀ ਹੈ, ਮੁੰਡੇ ਦੀ ਮਰਜ਼ੀ ਹੈ, ਉਹ ਕੀ ਕਰਨਾ ਕੀ ਨਹੀਂ ਕਰਨਾ ਉਹ ਅਲੱਗ ਮੈਟਰ, ਆਪਾਂ ਉੱਤੇ ਚਰਚਾ ਨਹੀਂ ਕਰਾਂਗੇ। ਹੁਣ ਇਹ ਗਰੁੱਪਾਂ ਦੀ ਗੱਲ ਕਰੀਏ ਤਾਂ ਇਹ ਗਰੁੱਪ ਉਹਨਾਂ ਲੋਕਾਂ ਨੂੰ ਫੜ ਰਹੇ ਨੇ ਜਿਹਦੇ ਵਿੱਚ ਆਲਮੋਸਟ ਪਿਛਲੇ ਸਮੇਂ ਦੇ ਵਿੱਚ ਪਾਕਿਸਤਾਨੀ ਫੜੇ ਜਾਂਦੇ ਰਹੇ ਆ, ਪਾਕਿਸਤਾਨੀ ਮੁੰਡੇ। ਤੇ ਇਹ ਜੀ ਪਹੁੰਚਿਆ ਮੁੰਡਾ, ਇਹਨੇ 13 ਸਾਲ ਦੀ ਕੁੜੀ ਨੂੰ ਬੁਲਾਇਆ ਸੀ ਮਿਲਣ ਵਾਸਤੇ, ਤੇ ਉਹਨੇ ਇਹਨੂੰ ਬੁਲਾ ਲਿਆ ਤੇ ਉੱਥੇ ਪਹੁੰਚਿਆ, ਇਹ ਗਰੁੱਪ ਨੇ ਆ ਕੇ ਫੜ ਲਿਆ। ਉਹ ਫਿਰ ਚੈਟ ਦਿਖਾਉਂਦੇ ਆ, ਬੜੀ ਵਿੱਚ ਉਹਦੇ ਅਸ਼ਲੀਲ ਚੈਟ ਹੁੰਦੀ ਹੈ। ਫਿਰ ਇਹਨਾਂ ਨੂੰ ਮੂੰਹ ਲੁਕਾਉਣ ਨੂੰ ਜਿਹੜਾ ਹੈ ਉਹ ਥਾਂ ਨਹੀਂ ਲੱਭਦੀ। ਫਿਰ ਉਹ ਕਹਿੰਦੇ ਨੇ ਇੱਧਰ ਕੈਮਰੇ ਵੱਲ ਵੇਖ, ਫਿਰ ਉਹ ਹੁੰਦੇ ਵੀ ਐਨ ਪੂਰੇ ਬਾਉਂਸਰ ਟਾਈਪ ਨੇ, ਸਾਨ ਟਾਈਪ ਨੇ,
ਤੇ ਉਹ ਬੰਦੇ ਨੂੰ ਭੱਜਣ ਵੀ ਨਹੀਂ ਦਿੰਦੇ, ਫਿਰ ਫੜ ਕੇ ਰੱਖਦੇ। ਇੱਕ ਉਹਨਾਂ ਦੇ ਨਾਲ ਕੁੜੀ ਹੁੰਦੀ ਹੈ, ਸੋ ਉਹ ਵੀ ਚੰਗੀ ਬਦਨਾਮੀ ਕਰਦੀ ਹੈ ਰੱਜ ਕੇ। ਅੱਛਾ, ਹੁਣ ਆਪਾਂ ਮੇਨ ਗੱਲ ਤੇ ਆਈਏ ਕਿ ਆ ਪਿਛਲੇ ਹਫਤੇ ਦੇ ਵਿੱਚ 2 ਹਫ਼ਤਿਆਂ ਦੇ ਵਿੱਚ 3 ਸਿੱਖ ਨੌਜਵਾਨ ਫੜੇ ਗਏ। 2 ਬਜ਼ੁਰਗ ਨੇ ਤੇ ਇੱਕ ਨੌਜਵਾਨ ਮੁੰਡਾ ਸਿੱਖ ਹੈ, ਤੇ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਹੋਇਆ। ਇਹ ਗਰੁੱਪ ਪਹੁੰਚੇ ਤੇ ਉਹਨਾਂ ਨੂੰ ਕਿਹਾ ਵੀ ਹਾਂ ਭਾਈ, ਤੂੰ ਤੇ ਆ ਫਲਾਨੀ ਕੁੜੀ ਨੂੰ ਫਲਾਨੀ ਨੂੰ ਮਿਲਣ ਵਾਸਤੇ ਇੱਥੇ ਪਹੁੰਚਿਆ, ਤੂੰ ਤਾਂ ਉਹਦੇ ਨਾਲ ਟਾਈਮਿੰਗ ਸੈੱਟ ਕੀਤੀ ਹੋਈ ਸੀ। ਉਹ ਕਹਿੰਦਾ ਨਹੀਂ ਜੀ, ਮੈਂ ਤਾਂ ਨਹੀਂ ਪਹੁੰਚਿਆ। ਕਹਿੰਦੇ ਤੇਰੀ ਚੈਟ ਹੈ ਸਾਡੇ ਕੋਲ, ਆ ਦੇਖ WhatsApp ਤੇ। ਉਹਨਾਂ ਨੇ ਪ੍ਰਿੰਟ ਕਢਾਏ ਹੁੰਦੇ ਚੈਟ ਦੇ, ਤੇ ਸਾਰੀ ਚੈਟ ਹੁੰਦੀ ਹੈ, ਕੱਲੀ ਕੱਲੀ ਗੱਲ ਫਿਰ ਉਹਨਾਂ ਨੇ ਦੱਸੀ। ਪਿਛਲੇ ਹਫ਼ਤੇ ਜਿਹੜੇ ਫੜੇ ਗਏ, ਇੱਕ ਵਿੱਚ ਬਜ਼ੁਰਗ ਆ, ਮੈਨੂੰ ਲੱਗਦਾ 65 ਸਾਲ ਦਾ ਬਜ਼ੁਰਗ ਹੋਣਾ। ਸ਼ਰਮ ਆਉਣੀ ਚਾਹੀਦੀ ਹੈ ਸਾਡੇ ਲੋਕਾਂ ਨੂੰ, ਹੈ ਨਾ। ਤੇ ਉਹ ਫੜੇ ਗਏ ਬੰਦੇ, ਫੜੇ, ਬਦਨਾਮੀ ਹੋਈ। ਬਦਨਾਮੀ ਹੋਣ ਤੋਂ ਬਾਅਦ ਟਿਕਟੋਕ ਤੇ ਉਹ ਵੀਡੀਓ ਪਈਆਂ, ਤੇ ਟਿਕਟੋਕ ਦੇ ਥੱਲੇ ਫਿਰ ਜੋ ਪੂਰੀ ਸਿੱਖ ਕੌਮ ਦੀ ਜਿਹੜੀ ਐਸੀ ਤੈਸੀ ਕੀਤੀ ਗਈ, ਗੋਰਿਆਂ ਵੱਲੋਂ, ਮੁਸਲਮਾਨ ਵੱਲੋਂ, ਹਿੰਦੂਆਂ ਵੱਲੋਂ, ਸਾਰਿਆਂ ਵੱਲੋਂ, ਕਿ ਇਹ ਤਾਂ ਇਦਾਂ ਜੀ, ਆਹ ਦੇਖ ਲਓ ਜੀ, ਸਿੰਘ ਇਜ਼ ਕਿੰਗ, ਆ ਇਦਾਂ। ਮੈਂ ਇੱਥੇ ਇੱਕ ਪਹਿਲਾਂ ਗੱਲ, ਅੱਗੇ ਜਾਣ ਤੋਂ ਪਹਿਲਾਂ ਮੈਂ ਗੱਲ ਕਲੀਅਰ ਕਰ ਦੇਣਾ ਕਿ ਜੇ ਪਿਛਲੇ ਸਮੇਂ ਦੇ ਵਿੱਚ ਫੜੇ ਗਏ ਮੁਸਲਮਾਨ ਨੌਜਵਾਨਾਂ ਕਰਕੇ ਮੁਸਲਮਾਨ ਧਰਮ ਬਦਨਾਮ ਨਹੀਂ ਹੁੰਦਾ, ਜੇ ਜਿਹੜੀ ਦਿੱਲੀ ਦੇ ਵਿੱਚ ਕੁੜੀ ਰੇਪ ਹੋਈ ਸੀ, ਉਹਦਾ ਨਾਮ ਮੈਨੂੰ ਭੁੱਲ ਗਿਆ, ਉਹਦੇ ਵਿੱਚ ਆਲਮੋਸਟ ਹਿੰਦੂ ਨੌਜਵਾਨ ਸੀ, ਜੇ ਉਹ ਹਿੰਦੂ ਨੌਜਵਾਨਾਂ ਵੱਲੋਂ ਉਸ ਕੁੜੀ ਦਾ ਜਿਹੜਾ ਰੇਪ ਕਰਨ ਤੋਂ ਬਾਅਦ ਸਾਰਾ ਹਿੰਦੂ ਧਰਮ ਬਦਨਾਮ ਨਹੀਂ ਹੁੰਦਾ, ਫਿਰ ਇਹ 2-3 ਬੰਦੇ ਜਿਹੜੇ ਸਿੱਖਾਂ ਦੇ ਸਿੱਖ ਸ਼ਕਲਾਂ ਵਾਲੇ ਫੜੇ ਜਾਣ ਦੇ ਨਾਲ ਸਿੱਖ ਕੌਮ ਵੀ ਬਦਨਾਮ ਨਹੀਂ ਹੁੰਦੀ। ਇਹ ਗੱਲ ਯਾਦ ਰੱਖਿਓ। ਦੁਨੀਆ ਦੇ ਵਿੱਚ ਵਸਦੀ ਹੈ ਸਿੱਖ ਕੌਮ, ਜਿੰਨੀਆਂ ਆਲਮੋਸਟ ਦੁਨੀਆ ਦੇ ਵਿੱਚ ਕੰਟਰੀਜ਼ ਨੇ, ਸਾਰਿਆਂ 'ਚ ਹੀ ਲਗਭਗ ਸਿੱਖ ਵਸਦੇ ਨੇ, ਤੇ ਫਿਰ ਇੰਨੀਆਂ ਵੱਡੀਆਂ ਕੌਮਾਂ ਦੇ ਵਿੱਚੋਂ, ਇੰਨੇ ਦੇਸ਼ਾਂ ਦੇ ਵਿੱਚੋਂ 2-4 ਬੰਦੇ ਜੇ ਖਰਾਬ ਨਿਕਲ ਆਉਣ, ਇਹਦੇ ਨਾਲ ਧਰਮ ਬਦਨਾਮ ਨਹੀਂ ਹੁੰਦਾ। ਧਰਮ ਦੀ ਕੋਈ ਵੀ ਗਲਤੀ ਨਹੀਂ ਹੁੰਦੀ, ਨਾ ਮੁਸਲਮਾਨ ਧਰਮ ਤੁਹਾਨੂੰ ਗਲਤ ਕਰਨ ਨੂੰ ਕਹਿੰਦਾ, ਨਾ ਸਿੱਖ ਤੇ ਨਾ ਹਿੰਦੂਆਂ ਦਾ ਧਰਮ। ਸੋ ਕੋਈ ਧਰਮ ਨਹੀਂ ਕਹਿੰਦਾ, ਇਹ ਬੰਦੇ ਦਾ ਆਪਣਾ ਕਰੈਕਟਰ ਹੁੰਦਾ, ਕਿਵੇਂ ਰਹਿਣਾ ਕਿਵੇਂ ਨਹੀਂ ਰਹਿਣਾ। ਅੱਛਾ, ਇਹ ਬੰਦੇ ਜਿਹੜੇ ਫੜੇ ਗਏ ਤੇ ਇਹਨਾਂ ਦੀ ਬਦਨਾਮੀ ਬੜੀ ਹੋਈ। ਚਿੱਟੀ ਦਾੜੀ ਇੱਕ ਦੀ ਵੇਖ ਕੇ ਮੈਨੂੰ ਹੋਰ ਤਰ੍ਹਾਂ ਹੋਵੇ। ਉਹ ਕਹਿੰਦਾ ਮੇਰੀ ਅੰਦਰੋਂ ਜੈਕਟ ਫੜਾ ਦੇ, ਮਤਲਬ ਕਿ ਉਹ ਬਿਮਾਰ ਵੀ ਹੋਣਾ, ਸ਼ੂਗਰ ਦਾ ਮਰੀਜ਼ ਵੀ, BP ਦਾ ਵੀ ਹੋਊਗਾ। ਕਹਿੰਦਾ ਜੈਕਟ ਫੜਾਓ ਮੇਰੀ, ਮੈਨੂੰ ਠੰਡ ਲੱਗਦੀ ਵੀ, ਬਾਕੀ ਗੱਲ ਮੇਰੇ ਨਾਲ ਬਾਅਦ ਚ ਕਰਿਓ। ਇੱਕ ਗੁਰਦੁਆਰੇ ਦਾ ਗ੍ਰੰਥੀ ਦੱਸਿਆ ਜਾਂਦਾ, ਵੱਡਾ ਗੁਰਦੁਆਰਾ, ਉਹਦਾ ਗ੍ਰੰਥੀ ਦੱਸਿਆ ਜਾਂਦਾ, ਉਹ ਵੀ ਫੜਿਆ ਗਿਆ। ਹੁਣ ਤੁਹਾਨੂੰ ਮੈਂ ਅਸਲ ਗੇਮ ਦੱਸਣ ਲੱਗਿਆ ਤੇ ਇਹ ਕੀ ਚੱਲ ਰਿਹਾ ਤੇ ਇਹਦੇ ਤੋਂ ਹੁਣ ਬਚਾ ਕੀ ਆ। ਬਚਾ ਤੇ ਸਭ ਤੋਂ ਪਹਿਲਾਂ ਦੋਸਤੋ, ਇੰਗਲੈਂਡ ਦੇ ਵਿੱਚ ਰਹਿਣ ਵਾਲਿਓ ਤੇ ਦੁਨੀਆ ਭਰ 'ਚ ਰਹਿਣ ਵਾਲਿਓ, ਸਭ ਤੋਂ ਪਹਿਲਾਂ ਤੇ ਆਪਣੀ ਅਕਲ ਨੂੰ ਹੱਥ ਮਾਰੋ। ਤੁਸੀਂ ਕਿੱਥੋਂ ਆਏ ਹੋ, ਕੀ ਤੁਹਾਡਾ ਧਰਮ ਹੈ ਤੇ ਕਿਹੜਾ ਤੁਹਾਡਾ ਕਰੈਕਟਰ ਹੈ, ਕਿਹੜੇ ਖਾਨਦਾਨ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ। ਜੱਟਾਂ ਦੇ ਮੁੰਡੇ ਜਿਹੜੇ ਨੇ ਅੱਗੇ ਬਹੁਤ ਮਾਣ ਦੇ ਨਾਲ ਕੋਈ ਅੱਗੇ ਆਪਣੀਆਂ ਗੋਤਾਂ ਲਾਉਂਦੇ ਨੇ, ਹਿੰਦੂਆਂ ਦੇ ਜਿਹੜੇ ਨੇ ਉਹ ਆਪਣੇ ਬੜੇ ਮਾਣ ਦੇ ਨਾਲ ਗੋਤਾਂ ਲਾਉਂਦੇ ਆ, ਤੇ ਹੋਰ ਜਿਹੜੇ ਨੇ ਉਹ ਵੀ ਲਾਉਂਦੇ ਆ। ਸੋ ਤੁਹਾਨੂੰ ਉਸ ਗੋਤ ਜਿਹੜੀ ਤੁਸੀਂ ਲਾਈ ਹੁੰਦੀ ਹੈ, ਥੋੜੀ ਬਹੁਤੀ ਉਹਦੀ ਉਹ ਸ਼ਰਮ ਕਰ ਲੈਣੀ ਚਾਹੀਦੀ ਹੈ। ਤੁਹਾਨੂੰ ਤੁਹਾਡੇ ਦਾਦੇ ਦਾਦੀ ਦੀ, ਪੜਦਾਦੇ ਦੀ, ਕਿਸੇ ਦਾ ਕੋਈ ਆਜ਼ਾਦੀ ਦੇ ਵਿੱਚ ਮਰਿਆ ਹੋਵੇ, ਕਿਸੇ ਦਾ ਕੋਈ ਧਰਮ ਦੇ ਖਾਤਰ ਮਰਿਆ ਹੋਵੇ, ਸੋ ਤੁਹਾਨੂੰ ਉਹਨਾਂ ਦੀ ਸ਼ਰਮ ਕਰ ਲੈਣੀ ਚਾਹੀਦੀ ਹੈ। ਤੁਹਾਨੂੰ ਆਪਣੀ ਮਾਂ ਦੀ ਸ਼ਰਮ ਕਰ ਲੈਣੀ ਚਾਹੀਦੀ ਹੈ ਜਦੋਂ ਤੁਸੀਂ 13-14 ਸਾਲ ਦੀਆਂ ਕੁੜੀਆਂ ਦੇ ਨਾਲ ਗੱਲ ਕਰਦੇ ਹੋ। ਤੁਹਾਨੂੰ ਇਹ ਸੋਚ ਲੈਣਾ ਚਾਹੀਦਾ ਕਿ ਜੇ ਕੋਈ ਤੁਹਾਡੀ ਕੁੜੀ ਦੇ ਨਾਲ ਕੋਈ 14 ਸਾਲ ਦੀ ਹੈ, 15 ਸਾਲ ਦੀ ਹੈ, ਜੋ ਤੁਸੀਂ ਗੱਲਾਂ ਕਰ ਰਹੇ ਹੋ, ਜੇ ਤੁਹਾਡੀ ਕੁੜੀ ਦੇ ਨਾਲ ਕੋਈ ਕਰੇ ਤਾਂ ਫਿਰ ਤੁਹਾਡੇ ਤੇ ਕੀ ਬੀਤੇ। ਫਿਰ ਤੁਸੀਂ ਕੁੱਟਣ ਤੱਕ, ਮਾਰਨ ਤੱਕ ਜਾਂਦੇ ਹੋ, ਮੈਂ ਤਾਂ ਕਤਲ ਕਰ ਦੇਣਾ। ਤੇ ਜਿਹਦੇ ਨਾਲ ਤੂੰ ਗੱਲ ਕਰ ਰਿਹਾ ਹੈ ਉਹ ਵੀ ਤਾਂ ਕਿਸੇ ਦੀ ਕੁੜੀ ਹੈ। ਹੁਣ ਸੋਚੋ ਗੱਲ ਨੂੰ। ਆਪਣੇ ਇਹ ਬਹੁਤ ਵਤੀਰਾ ਚੱਲਿਆ ਹੋਇਆ ਸਾਡੀ, ਖਾਸ ਤੌਰ ਦੇ ਉੱਤੇ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ। ਦੂਜੇ ਨੂੰ ਗਾਲਾਂ ਕੱਢੀ ਜਾਣੀਆਂ, ਤੇ ਜੇ ਅਗਲਾ ਕੱਢਦੇ ਕਹਿੰਦਾ ਤੂੰ ਮੈਨੂੰ ਗਾਲ ਕਿਉਂ ਕੱਢੀ, ਤੂੰ ਮੈਨੂੰ ਗਾਲ ਕਿਉਂ ਕੱਢੀ, ਮੈਨੂੰ ਤਾਂ ਤੂੰ ਮਾਂ ਦੀ ਗਾਲ ਕੱਢ ਦਿੱਤੀ, ਮੈਨੂੰ ਭਾਈ ਤੂੰ ਵੀ ਤਾਂ ਕੱਢੀਆਂ ਹੈ ਨਾ, ਤੂੰ ਵੀ ਤਾਂ ਅਗਲੇ ਦੀ ਮਾਂ ਦੇ ਉੱਤੇ ਜਾਂ ਭੈਣ ਦੇ ਉੱਤੇ ਗਿਆ, ਤੇ ਜੇ ਉਹਨੇ ਕੱਢ ਦਿੱਤੀ ਫਿਰ ਤੈਨੂੰ ਮਿਰਚਾਂ ਲੱਗੀਆਂ। ਇਸੇ ਤਰ੍ਹਾਂ ਇਹਨਾਂ ਕੇਸਾਂ ਦੇ ਵਿੱਚ ਪਰਾਈਆਂ ਕੁੜੀਆਂ, ਪਰਾਈਆਂ ਜਿਹੜੀਆਂ ਜਨਾਨੀਆਂ, ਉਹਨਾਂ ਨੂੰ ਦੇਖ ਕੇ ਤੁਸੀਂ ਕਹਿੰਦੇ ਹੋ ਵੀ ਕਿਆ ਵੀ ਇਹ ਜੋ ਮੈਂ ਸ਼ਬਦ ਨਹੀਂ ਬੋਲਣਾ ਚਾਹੁੰਦਾ, ਤੇ ਜੇ ਤੁਹਾਡੀ ਕੁੜੀ ਨੂੰ ਕੱਲ ਨੂੰ ਉਸੇ ਰਾਹ ਚੋਂ ਲੰਘਦਿਆਂ, ਉਸੇ ਹੀ ਸਪੋਰਟ ਤੇ ਜਿੱਥੇ ਤੁਸੀਂ ਖੜੇ ਸੀ, ਉੱਥੇ ਕੋਈ ਹੋਰ ਬੰਦਾ ਖੜ ਕੇ ਤੁਹਾਡੀ ਭੈਣ ਨੂੰ, ਤੁਹਾਡੀ ਮਾਂ ਨੂੰ ਕੁਝ ਕਹਿ ਰਿਹਾ, ਤੇ ਫਿਰ ਤੁਹਾਨੂੰ ਮਿਰਚਾਂ ਲੱਗਦੀਆਂ। ਸੋ ਤੁਸੀਂ ਜਿਹੜੇ ਲੋਕ ਇੰਗਲੈਂਡ, ਅਮਰੀਕਾ ਦੇ ਵਿੱਚ, ਪੰਜਾਬ 'ਚ ਵੀ ਇਹੀ ਸਾਰਾ ਕੁਝ ਚੱਲਦਾ ਹੈ, ਬਹੁਤ ਗੰਦ ਹੈ। ਤੇ ਜੇ ਤੁਸੀਂ ਇੰਨੀ ਕੁ ਸ਼ਰਮ ਕਰ ਜਾਓ ਕਿ 13-14 ਸਾਲ ਜੇ ਤੁਹਾਨੂੰ ਕੁੜੀ ਨੇ WhatsApp ਦੇ ਉੱਤੇ ਉਮਰ ਦੱਸ ਦਿੱਤੀ ਹੈ, ਤਾਂ ਫਿਰ ਤੁਹਾਡਾ ਫਰਜ਼ ਬਣਦਾ ਸੀਗਾ ਕਿ ਤੁਸੀਂ ਉਹਦੇ ਨਾਲ ਇਦਾਂ ਦੀਆਂ ਗੱਲਾਂ ਕਰੋ। ਸੋ ਇਹ ਕਿਰਦਾਰ, ਅਣਖਾਂ, ਕਿੱਥੋਂ ਤੁਸੀਂ ਆਏ ਹੋ, ਕਿਹੜੇ ਧਰਮ ਨਾਲ ਬਿਲੋਂਗ ਕਰਦੇ ਹੋ, ਤੁਹਾਡਾ ਧਰਮ, ਤੁਹਾਡੇ ਗੁਰੂ ਤੁਹਾਨੂੰ ਇਹ ਚੀਜ਼ਾਂ ਦੱਸਦੇ ਆ ਕਿ ਇਸ ਤਰ੍ਹਾਂ ਕਰੋ। 13-14 ਸਾਲ ਦੀ ਕੁੜੀ ਨੂੰ ਤੁਸੀਂ ਜਿਹੜੀਆਂ ਅਸ਼ਲੀਲ ਗੱਲਾਂ, ਜਿਹੜੀਆਂ ਗਲਤ ਕਰਦੇ ਹੋ, ਇਹ ਚੀਜ਼ਾਂ ਕਿੱਥੋਂ ਤੱਕ ਜਾਇਜ਼ ਨੇ।
ਮੈਂ ਫਿਰ ਐਗਜ਼ਾਮਪਲ, ਇਹੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਤੁਹਾਡੀ ਕੁੜੀ ਦੇ ਨਾਲ ਜੇ ਕੋਈ ਇਦਾਂ ਕਰੇ ਤਾਂ ਫਿਰ ਕੀ ਹੋਊਗਾ। ਫਿਰ ਤਾਂ ਤੁਸੀਂ ਕਹਿਣਾ ਵੀ ਸਾਨੂੰ ਹੁਣ ਮੂੰਹ ਲੁਕਾਉਣ ਨੂੰ ਜਗ੍ਹਾ ਨਹੀਂ ਲੱਭ ਰਹੀ, ਫਿਰ ਤਾਂ ਅਸੀਂ ਮਰੀਏ ਕਿੱਧਰ ਨੂੰ, ਜ਼ਹਿਰ ਖਾ ਲਈਏ, ਖੁਦਕੁਸ਼ੀ ਕਰ ਲਈਏ। ਫਿਰ ਇੱਥੋਂ ਤੱਕ ਸਾਡੇ ਲੋਕ ਚਲੇ ਜਾਂਦੇ ਆ। ਸੋ ਸ਼ਰਮ ਨੂੰ ਹੱਥ ਮਾਰੋ। ਇਹ ਚੀਜ਼ਾਂ ਜਿਹੜੀਆਂ ਬਹੁਤ ਗਲਤ ਨੇ। ਠੀਕ ਹੈ, ਤੁਹਾਡਾ ਤੁਸੀਂ ਗੰਦ ਤੁਹਾਡੇ ਦਿਮਾਗਾਂ ਦੇ ਵਿੱਚ ਭਰਿਆ ਹੋਇਆ, ਉਹ ਗੰਦ ਕਿਤੇ ਹੋਰ ਜਾ ਕੇ ਖਿਲਾਰੋ। ਪਰ ਮਿਨਰ, ਜਿੱਥੇ ਕਾਨੂੰਨ ਵੀ ਤੁਹਾਨੂੰ ਕਹਿੰਦਾ, ਧਰਮ ਤਾਂ ਤੁਹਾਨੂੰ ਕਹਿੰਦਾ ਵੀ ਇਹ ਚੀਜ਼ਾਂ ਹੈ ਹੀ ਗਲਤ ਨੇ, ਪਰ ਕਾਨੂੰਨ ਦੀ ਜੇਕਰ ਮੰਨੀਏ ਤਾਂ ਉਹ ਕਹਿੰਦਾ 18 ਸਾਲ ਤੋਂ ਥੱਲੇ ਜਿਹੜੀ ਕੁੜੀ ਆ ਵਿਚਾਰੀ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਉਹ ਹੈ ਕਿੱਥੇ ਹੈ, ਕੀ ਕਰ ਰਹੀ ਆ। ਸੋ ਅੱਜ ਕੱਲ੍ਹ ਤੇ 25-25, 30-30 ਸਾਲ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਵੀ ਪੂਰੇ ਇਸ ਤਰੀਕੇ ਦੇ ਨਾਲ ਹੀ ਹੁੰਦੀਆਂ। ਉਹਨਾਂ ਦੀ ਸਮਝ ਉਨੀ ਕੀ ਹੁੰਦੀ ਹੈ ਕਿ ਵਰਗਲਾ ਲਿਆ ਜਾਂਦਾ ਉਹ ਸਭ ਕੁਝ। ਜੋ ਵੀ ਹੋਇਆ ਮੈਂ ਤੁਹਾਨੂੰ ਪਹਿਲਾਂ ਦੱਸਿਆ, ਇੰਗਲੈਂਡ 'ਚ ਵਾਪਰਦਾ ਰਿਹਾ ਇਹ। ਸੋ ਇਹ ਚੀਜ਼ਾਂ ਜਦੋਂ ਤੁਸੀਂ 18 ਸਾਲ ਤੋਂ ਥੱਲੇ ਕੁੜੀ ਨੇ ਜਦੋਂ ਤੁਹਾਨੂੰ ਕਿਤੇ ਕਹਿ ਦਿੱਤਾ, ਤੁਹਾਨੂੰ ਮੈਸੇਜ ਆਇਆ, ਖੁਦ ਮੈਸੇਜ ਆਇਆ, ਉਹ ਕੁੜੀ ਤੁਹਾਨੂੰ ਆਪਣੇ ਬਾਰੇ ਦੱਸ ਰਹੀ ਹੈ ਕਿ ਮੈਂ 18 ਤੋਂ ਥੱਲੇ ਹਾਂ, ਮੈਂ 13 ਸਾਲ ਦੀ ਹਾਂ, ਮੈਂ 14 ਸਾਲ ਦੀ ਹਾਂ, ਫਿਰ ਤੁਹਾਡਾ ਫਰਜ਼ ਹੀ ਨਹੀਂ ਬਣਦਾ। ਕਈ ਤਾਂ ਪਿਓਆਂ ਦੀ ਉਮਰ ਦੇ ਨੇ ਵੀ ਜੇ 13 ਸਾਲ ਦੀ ਹੈ ਤੂੰ ਤਾਂ ਭਾਈ ਪਿਓ ਹੋਇਆ ਉਹਦੇ ਨਾਲ ਵੀ ਗੰਦੀ ਚੈਟ ਤੁਸੀਂ ਕਰ ਰਹੇ ਹੋ। ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ, ਤੁਹਾਨੂੰ ਆਪਣੇ ਆਪ ਨੂੰ ਖਤਮ ਕਰ ਲੈਣਾ ਚਾਹੀਦਾ। ਸੋ ਇੰਨੇ ਗੰਦੇ ਲੋਕ ਤੁਸੀਂ ਜਿਹੜੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਹੋਈਆਂ, ਦਾੜੇ ਰੱਖੇ ਹੋਇਆ, ਤੁਹਾਨੂੰ ਤੇ ਧਰਮ ਦੇ ਵਿੱਚ ਰਹਿਣ ਦਾ ਵੀ ਹੱਕ ਨਹੀਂ ਹੈਗਾ। ਅੱਛਾ, ਹੁਣ ਆਈਏ ਅਸਲ ਗੱਲ ਦੇ ਵਾਲੇ ਪਾਸੇ। ਹੁਣ ਮੈਂ ਤੁਹਾਨੂੰ ਅਵੇਅਰ ਕਿਵੇਂ ਕਰਨਾ ਚਾਹੁੰਦਾ। ਇਹ ਤਾਂ ਹੋ ਗਈ ਫਟਕਾਰ ਤੋਂ ਬਾਅਦ ਹੁਣ ਅਵੇਅਰਨੈਸ ਵੀ ਬਹੁਤ ਜ਼ਰੂਰੀ ਹੈ। ਸੋ ਇਹਨੂੰ ਹੁਣ ਧਿਆਨ ਨਾਲ ਮੰਨ ਕੇ ਚੱਲਿਓ। ਮੈਂ ਇਹ ਨਹੀਂ ਚਾਹੁੰਦਾ ਕਿ ਕਿਸੇ ਵੀ ਕਾਨੂੰਨੀ ਕਾਰਵਾਈ ਦੇ ਵਿੱਚ ਆਪਣਾ ਕੋਈ ਗਲਤ ਫੈਕਟ ਪਾਵਾਂ, ਪਰ ਹੁਣ ਮੈਂ ਤੁਹਾਨੂੰ ਦੱਸਦਾ ਕੀ ਹੁੰਦਾ। ਇਹ ਜਿਹੜੇ ਤੁਸੀਂ ਚੈਟਾਂ ਕਰਦੇ ਫਿਰਦੇ ਹੋ ਨਾ ਕਿ ਆ ਕੁੜੀ ਨੇ ਮੈਨੂੰ ਮੈਸੇਜ ਕਰ ਦਿੱਤਾ ਤੇ ਮੈਂ ਚੈਟ ਕਰਾਂ ਇਹਦੇ ਨਾਲ, ਇਹਦਾ ਤੇ ਮੈਸੇਜ ਮੈਨੂੰ ਖੁਦ ਆਇਆ। ਅਸਲ ਦੇ ਵਿੱਚ ਇਹ ਜਿਹੜੇ ਕੇਸ ਹੋ ਰਹੇ ਨੇ, ਜਿਹੜੇ ਫੜੇ ਜਾ ਰਹੇ ਨੇ, ਇਹ ਕੁੜੀਆਂ ਨਹੀਂ ਹੁੰਦੀਆਂ। ਅੱਗੇ ਇਹ ਕੁੜੀਆਂ ਚੈਟ ਤੁਹਾਡੇ ਨਾਲ ਨਹੀਂ ਕਰਦੀਆਂ ਹੁੰਦੀਆਂ। ਇੱਕ ਸ਼ਿਕਾਰੀ ਜਦੋਂ ਜਾਲ ਵਿਛਾਉਂਦਾ ਨਾ, ਜਾਲ ਵਿਛਾ ਕੇ ਵਿੱਚ ਦਾਣਾ ਸੁੱਟਦਾ ਹੁੰਦਾ, ਦੇਖਿਆ ਹੋਣਾ ਤੁਸੀਂ ਜੰਗਲਾਂ ਦੇ ਵਿੱਚ ਜਦੋਂ ਕਬੂਤਰ ਤੋਤੇ ਫੜੇ ਜਾਂਦੇ ਆ, ਉਹ ਜਾਲ ਵਿਛਾ ਲੈਂਦਾ ਸ਼ਿਕਾਰੀ ਤੇ ਉਹਦੇ ਵਿੱਚ ਫਿਰ ਦਾਣੇ ਸੁੱਟ ਦਿੰਦਾ, ਤੇ ਜਦੋਂ ਵਿੱਚ ਉਹਦੇ ਆ ਕੇ ਕਬੂਤਰ ਜਾਂ ਤੋਤਾ ਬਹਿੰਦਾ ਫਿਰ ਉਹਦੀਆਂ ਲੱਤਾਂ ਤੋਂ ਖਿੱਚੀ ਜਾਂਦੀ ਰੱਸੀ ਤੇ ਉਹ ਫੜਿਆ ਜਾਂਦਾ। ਇਹ ਹੁਣ ਇੰਗਲੈਂਡ ਦੇ ਵਿੱਚ ਤੁਹਾਡੀਆਂ ਪੁਰਾਣੀਆਂ ਕਰਤੂਤਾਂ ਕਰਕੇ ਉਹ ਗਰੁੱਪ ਜਿਹੜੇ ਬਣੇ ਹੋਏ ਨੇ ਉਹ ਕੀ ਕਰ ਰਹੇ ਆ, ਉਹ ਆਪ ਮਤਲਬ ਕਾਨੂੰਨ ਤੇ ਪੁਲਿਸ ਨਾਲ ਰਲ ਕੇ ਉਹ ਕੀ ਕਰਦੇ ਨੇ, ਆਪਣੇ ਤੌਰ ਤੇ ਵੀ ਇੰਡੀਵਿਜੂਅਲੀ ਵੀ ਕਰਦੇ ਹੋਣਗੇ, ਬਾਅਦ ਚ ਪੁਲਿਸ ਨੂੰ ਸੱਦ ਲੈਂਦੇ ਹੋਣਗੇ, ਚਲੋ ਇਸ ਤਰ੍ਹਾਂ ਵੀ ਹੋ ਸਕਦਾ। ਉਹ ਕੀ ਕਰਦੇ ਆ ਕਿ ਉਹਨਾਂ ਦੇ ਕੋਲ ਸਾਰਾ ਡਾਟਾ ਹੁੰਦਾ, ਫੋਨ ਨੰਬਰਸ ਹੁੰਦੇ ਆ। ਤੁਹਾਨੂੰ ਪਤਾ ਹੋਣਾ ਕਿ ਜਿਵੇਂ ਤੁਸੀਂ ਤੁਹਾਡੇ ਫੋਨਾਂ ਦੇ ਉੱਤੇ, ਇੰਗਲੈਂਡ ਵਾਲਿਆਂ ਨੂੰ ਜਾਂ ਅਮਰੀਕਾ ਵਾਲਿਆਂ ਨੂੰ ਪਤਾ ਹੋਣਾ ਕਿ ਤੁਹਾਡੇ ਫੋਨ ਦੇ ਉੱਤੇ ਬਹੁਤ ਸਾਰੇ ਇਦਾਂ ਦੇ ਸਕੈਮ ਵਾਲੇ ਆਉਂਦੇ ਫੋਨ ਕਿ ਲਓ ਜੀ ਤੁਹਾਡੀ ਲੋਟਰੀ ਨਿਕਲ ਗਈ ਹੈ, ਤੁਹਾਡਾ ਆ ਹੋ ਗਿਆ। ਸੋ ਇੱਥੋਂ ਇਹ ਗੱਲ ਮੰਨ ਕੇ ਚੱਲਿਓ ਕਿ ਤੁਹਾਡਾ ਡਾਟਾ ਜਿਹੜਾ ਹੈ ਉਹ ਉਹਨਾਂ ਕੋਲ ਵੀ ਹੁੰਦਾ ਤੇ ਇਹਨਾਂ ਲੋਕਾਂ ਕੋਲ ਵੀ ਹੁੰਦਾ। ਇਹ ਕੀ ਕਰਦੇ ਨੇ ਫਿਰ ਇਕੱਠੇ ਹੀ 500 ਮੈਸੇਜ ਕਿਸੇ ਨੂੰ, 500 ਮੋਬਾਈਲਾਂ ਦੇ ਉੱਤੇ ਮੈਸੇਜ, 1000 ਮੋਬਾਈਲਾਂ ਦੇ ਉੱਤੇ ਮੈਸੇਜ, 2000 ਮੋਬਾਈਲਾਂ ਤੇ ਇਕੱਠਾ ਹੀ ਮੈਸੇਜ ਭੇਜ ਦਿੰਦੇ ਆ। ਸੋ ਉਹ ਮੈਸੇਜ ਕੀ ਹੁੰਦਾ ਕਿ ਆਈ ਐਮ ਏ ਗਰਲ, आई एम ए ब्रिटिश गर्ल ਜਾਂ ਫਿਰ आई एम ए सिख गर्ल, आई एम ए हिंदू गर्ल। सो ਉਹਦੇ ਉੱਤੇ ਲਿਖਿਆ ਹੁੰਦਾ ਦਿਸ ਇਜ਼ ਮਾਈ ਕੰਟਰੀ। ਸੋ ਉਸ ਤੋਂ ਬਾਅਦ ਲਿਖਿਆ ਹੁੰਦਾ ਕਿ ਆਈ ਵਾਂਟ ਟੂ ਚੈਟ ਵਿਦ ਯੂ, ਆਈ ਐਮ ਅਲੋਨ, ਸਮਥਿੰਗ ਇਦਾਂ ਦੇ ਮੈਸੇਜ ਹੁੰਦੇ ਨੇ। ਇਹ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ, ਕੁਝ ਵੀ ਹੋ ਸਕਦਾ। ਸੋ ਉਹ ਮੈਸੇਜ ਜਿਹੜੇ ਨੇ ਉਹ ਕੋਈ ਕੁੜੀ ਨਹੀਂ ਕਰਦੀ ਹੁੰਦੀ ਆਲਮੋਸਟ। ਇਹ ਗਰੁੱਪ ਜਿਨ੍ਹਾਂ ਨੇ ਇਹ ਫੜਨ ਵਾਸਤੇ ਰੱਖੇ, ਤੁਹਾਡੇ ਵਰਗੇ ਜਿਹੜੇ ਆਪਣੇ ਆਪ ਨੂੰ ਸ਼ਿਕਾਰੀ ਸਮਝਦੇ ਆ, ਸੋ ਉਹ ਕਰਦੇ ਆ। ਉਹ ਜਦੋਂ ਕਰਦੇ ਆ 1000 ਦੇ ਵਿੱਚੋਂ ਫਿਰ 5 ਬੰਦੇ ਫੜੇ ਜਾਂਦੇ ਆ। 5 ਬੰਦੇ ਫਿਰ ਇਦਾਂ ਦੇ ਉਹ ਕੱਢ ਲੈਂਦੇ ਆ ਵੀ ਜਿਨ੍ਹਾਂ ਦੇ ਕਾਮ ਜਿਹੜਾ ਬੜਾ ਚੜਿਆ ਹੁੰਦਾ ਸਿਰ ਤੇ, ਕਹਿੰਦੇ ਆਜੋ ਫਿਰ ਤੁਹਾਡਾ ਲਾਈਏ ਕਾਮ। ਫਿਰ ਉਹ 5 ਬੰਦੇ ਜਿਹੜੇ ਰਿਪਲਾਈ ਕਰ ਦਿੰਦੇ ਆ। ਫਿਰ ਜਦੋਂ ਕਹਿੰਦੇ ਵੀ ਚੈਟ ਅੱਗੇ ਵਧਾਈਏ ਹੁਣ ਆਪਾਂ, ਇਹ ਤਾਂ ਕੁੜੀ ਨੇ ਮੈਸੇਜ ਕਰ ਦਿੱਤਾ ਮੈਨੂੰ, ਲੈ ਬਈ ਇਹ ਤਾਂ ਗੋਰੀ ਕੁੜੀ ਨੇ ਕਰ ਦਿੱਤਾ ਹੈ। ਸੋ ਉਹ ਜਦੋਂ ਚੈਟ ਤੁਸੀਂ ਅੱਗੇ ਵਧਾਉਣੀ ਹੈ ਤੇ ਫਿਰ ਉਹਨੇ ਤੁਹਾਨੂੰ ਪਹਿਲੀਆਂ ਦੇ ਵਿੱਚ ਹੀ, ਯਾਨੀ ਕਿ ਚੈਟ ਦੇ ਸ਼ੁਰੂ ਦੇ ਵਿੱਚ ਇਹ ਗੱਲ ਕਹਿ ਦੇਣੀ ਹੈ ਕਿ ਮੈਂ 13 ਸਾਲ ਦੀ ਹਾਂ। ਤੇ ਫਿਰ ਜਿਹੜਾ ਤਾਂ ਬੰਦਾ ਹੁੰਦਾ ਸਿਆਣਾ ਬੰਦਾ ਹੁੰਦਾ, ਜਿਹੜਾ ਸਿਆਣਾ ਬੰਦਾ ਹੁੰਦਾ ਉਹ ਤਾਂ ਚੈਟ ਖੋਲਦਾ ਹੀ ਨਹੀਂ। ਜਿਹੜਾ ਅਨਨੋਨ ਨੰਬਰ ਆ ਉਹਨੂੰ ਦਫਾ ਕਰੋ, ਹੈ ਨਾ। ਤੇ ਜਿਹੜਾ ਫਿਰ ਸਿਆਣਾ, ਜਿਹੜਾ ਆਪਣੇ ਆਪ ਨੂੰ ਸ਼ਿਕਾਰੀ ਸਮਝਦਾ ਹੁੰਦਾ ਵੀ ਲੈ ਵੀ ਮੈਂ ਤੇ ਸਲਮਾਨ ਖਾਨ ਆ, ਮੈਂ ਤੇ ਸ਼ਾਹਰੁਖ ਖਾਨ ਆ, ਮੈਂ ਤੇ ਕੋਈ ਹੋਰ ਆ। ਸੋ ਉਹ ਆਪਣੇ ਆਪ ਨੂੰ ਸਮਝ ਕੇ ਵੀ ਮੈਨੂੰ ਹੀ ਕੀਤਾ ਕੁੜੀ ਨੇ ਮੈਸੇਜ, ਕਹਿੰਦਾ ਹੋਰ ਕਿਸੇ ਨੂੰ ਕੀਤਾ ਹੀ ਨਹੀਂ ਹੋਣਾ, ਲੈ ਵੀ ਮੇਰੀ ਤਾਂ ਲੋਟਰੀ ਲੱਗ ਗਈ ਹੈ ਜਾਂ ਕੁਛ ਇਸ ਤਰ੍ਹਾਂ ਤੁਸੀਂ ਸੋਚਦੇ ਹੋਵੋਗੇ। ਸੋ ਉਹ ਜਦੋਂ ਫਿਰ ਤੁਸੀਂ ਰਿਪਲਾਈ ਕਰਦੇ, ਉਹ ਅਗਲਾ ਕਹਿੰਦੀ ਤੁਹਾਨੂੰ, ਜਾਂ ਉਹ ਜਿਹੜੀ ਚੈਟ ਆ ਰਹੀ ਤੁਹਾਨੂੰ ਕਹਿ ਰਹੀ ਕਿ ਮੈਂ 13 ਸਾਲ ਦੀ ਹਾਂ ਜਾਂ ਮੈਂ 14 ਸਾਲ ਦੀ ਹਾਂ। ਉਸ ਤੋਂ ਬਾਅਦ ਜਦੋਂ ਤੁਸੀਂ ਉਹ ਚੈਟ ਨੂੰ ਅੱਗੇ ਵਧਾਉਂਦੇ ਹੋ ਤਾਂ ਤੁਸੀਂ ਸ਼ਿਕੰਜੇ ਦੇ ਵਿੱਚ ਆ ਜਾਂਦੇ ਹੋ।
ਤੁਹਾਡਾ ਉੱਥੋਂ ਫਿਰ ਸਾਰਾ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ। ਫਿਰ ਉਹ ਤੁਹਾਨੂੰ ਐਂਡ ਤੱਕ ਲੈ ਕੇ ਜਾਂਦੇ ਨੇ, ਫਿਰ ਤੁਹਾਨੂੰ ਉਕਸਾਉਂਦੇ ਨੇ, ਕਾਮ ਵਾਸਨਾ ਤੁਹਾਡੇ 'ਚ ਪੈਦਾ ਕਰਦੇ ਨੇ, ਫਿਰ ਤੁਹਾਨੂੰ ਇਦਾਂ ਦੀਆਂ ਚੀਜ਼ਾਂ ਉਹ ਅੱਗੋਂ ਕਹਿੰਦੇ ਆ, ਮਤਲਬ ਉਹ ਕੁੜੀ ਤੁਹਾਨੂੰ ਕਹਿੰਦੀ ਹੈ, ਫਿਰ ਤੁਸੀਂ ਉਹ ਗੱਲਾਂ ਚਾਹ ਕੇ ਅੱਗੋਂ ਵੱਧਦੇ ਹੋ, ਅਖੀਰ ਤੁਸੀਂ ਕਹਿੰਦੇ ਹੋ ਕਿ ਮੈਨੂੰ ਮਿਲ। ਫਿਰ ਜਿੱਦਣ ਮਿਲਦੇ ਨੇ ਫਿਰ ਉਹ ਨਾਲ ਸਾਰੇ ਪਿੰਡ ਵਾਲੇ ਲੈ ਕੇ ਆਈ ਹੁੰਦੀ ਹੈ, ਮਤਲਬ ਉਹ ਆਪ ਨਹੀਂ ਹੁੰਦੀ ਫਿਰ ਕੁੜੀ ਉੱਥੇ, ਫਿਰ ਉਹ ਗਰੁੱਪ ਹੁੰਦਾ ਹੈ ਜਿਹੜਾ ਹੰਟਰਸ ਗਰੁੱਪ ਨੇ ਜਿਹੜੇ ਬਣਾਏ ਹੋਏ, ਉਹ ਫੜਦੇ ਨੇ ਤੁਹਾਨੂੰ ਫਿਰ ਜਾ ਕੇ, ਫਿਰ ਤੁਹਾਡੀ ਉਹ ਬਦਨਾਮੀ ਹੁੰਦੀ ਹੈ, ਸਾਰੀ ਦੁਨੀਆ ਦੇ ਵਿੱਚ ਬਦਨਾਮੀ ਹੁੰਦੀ ਹੈ। ਸੋ ਸੁਧਰ ਜਾਓ, ਇਹਦੇ ਵਿੱਚ ਕੁਛ ਨਹੀਂ ਹੈਗਾ। ਕੋਈ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਮੈਸੇਜ ਆਉਂਦਾ, ਇਹ ਮੈਂ ਇਹ ਨਹੀਂ ਕਹਿੰਦਾ ਕਿ ਮੈਸੇਜ ਨੂੰ ਤੁਹਾਨੂੰ ਮੈਂ ਇਹਨਾਂ ਚੀਜ਼ਾਂ ਤੋਂ ਬਚਾਉਣ ਲਈ ਇਹ ਕਹਿ ਰਿਹਾ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਆਪਣੇ ਕਿਰਦਾਰ ਨੂੰ ਸਹੀ ਕਰੋ। ਤੁਹਾਡਾ ਕਿਰਦਾਰ ਸਹੀ ਹੋਣਾ ਚਾਹੀਦਾ ਹੈ ਕਿ ਤੁਸੀਂ ਕਰ ਕੀ ਰਹੇ ਹੋ। ਇਹ ਨਹੀਂ ਕਿ ਇਹਨਾਂ ਮੈਸੇਜਾਂ ਤੋਂ ਤੁਸੀਂ ਚਤੰਨ ਹੋ ਜਾਓ ਤੇ ਦੂਜੇ ਪਾਸੇ ਮੂੰਹ ਮਾਰਨ ਲੱਗ ਪਓ ਜਾ ਕੇ। ਸੋ ਉਹਨਾਂ ਦਾ ਮਕਸਦ ਵੀ ਇਹੀ ਹੈ, ਜੇ ਇਥੋਂ ਦੀਆਂ ਸਰਕਾਰਾਂ ਜਾਂ ਉਹ ਗਰੁੱਪ ਜਿਹੜੇ ਨੇ ਇਹ ਕੰਮ ਕਰ ਰਹੇ ਆ, ਉਹਨਾਂ ਦਾ ਮਕਸਦ ਵੀ ਇਹ ਹੈ ਵੀ ਸਮਾਜ ਦੇ ਵਿੱਚੋਂ ਗੰਦੀ ਸੋਚ ਵਾਲੇ ਲੋਕ ਕੱਢ ਕੇ ਤੇ ਪਛਾਣ ਕੇ ਬਾਹਰ ਕੱਢੀਏ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ, ਤੁਹਾਨੂੰ ਮੈਸੇਜ ਫੇਸਬੁੱਕ ਤੇ ਵੀ ਆ ਸਕਦੇ ਨੇ, ਤੁਹਾਨੂੰ ਡਾਇਰੈਕਟ ਫੋਨ ਤੇ ਵੀ ਆ ਸਕਦੇ ਆ, ਜਾਂ ਫਿਰ ਹੋਰ ਸੋਸ਼ਲ ਮੀਡੀਆ ਰਾਹੀਂ ਵੀ ਆ ਸਕਦੇ ਆ। ਤਾਂ ਫਿਰ ਆਪਣੇ ਆਪ ਨੂੰ ਸਲਮਾਨ ਖਾਨ ਵਰਗੇ ਹੀਰੋ ਸਮਝ ਕੇ ਤੇ ਫਿਰ ਐਦਾਂ ਰਿਪਲਾਈ ਕਰਕੇ ਤੇ ਫਿਰ ਤੁਸੀਂ ਆਪਣਾ ਕੁੰਡਾ ਜਿਹੜਾ ਹੈ ਉਹ ਕਰਵਾ ਲੈਂਦੇ ਹੋ। ਸੋ ਇਹ ਚੀਜ਼ਾਂ ਤੋਂ ਬਚੋ। ਕੋਈ ਵੀ ਅਨਨੋਨ ਨੰਬਰ ਹੈ, ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਹੁੰਦੀ ਹੈ, ਸੋ ਉਹਦੇ ਤੋਂ ਅਵੇਅਰ ਰਹੋ। ਤੇ ਇਹ ਪਹਿਲੀ ਗੱਲ ਮੈਂ ਇਹੀ ਕਹੂੰਗਾ ਤੁਹਾਨੂੰ ਕਿ ਆਪਣੇ ਕਿਰਦਾਰ ਨੂੰ ਸੁਧਾਰੋ, ਆਪਣੇ ਕਿਰਦਾਰ ਨੂੰ ਸੁਧਾਰੋ। ਜੇਕਰ ਤੁਹਾਡੀਆਂ ਕੁੜੀਆਂ ਦੇ ਨਾਲ, ਤੁਹਾਡੀਆਂ ਭੈਣਾਂ ਦੇ ਨਾਲ ਵੀ ਇਸ ਤਰ੍ਹਾਂ ਹੋਵੇ, ਫਿਰ ਕੀ ਕਰੋਗੇ? ਇੱਥੇ ਤਾਂ ਪਤਾ ਨਹੀਂ ਉਹ ਅਸਲੀ ਹੈ ਜਾਂ ਨਹੀਂ, ਪਰ ਕਿਤੇ ਤੁਹਾਡੀ ਭੈਣ ਜਿਹੜੀ ਹੈ ਉਹ ਅਸਲੀ ਹੈ, ਉਹ ਤੁਹਾਨੂੰ ਪਤਾ ਕਿ ਉਹਦੇ ਨਾਲ ਇਦਾਂ ਹੋਊਗਾ ਤੇ ਫਿਰ ਕੀ ਹੋਊਗਾ। ਸੋ ਇਹ ਚੀਜ਼ਾਂ ਖਾਸ ਤੌਰ ਤੇ ਇੰਗਲੈਂਡ ਦੇ ਵਿੱਚ ਇਹ ਬਹੁਤ ਕੁਝ ਹੋ ਰਿਹਾ। ਸੋ ਬਜ਼ੁਰਗੋ, ਚਿੱਟੀਆਂ ਦਾੜੀਆਂ ਦੀ ਸ਼ਰਮ ਕਰ ਲਓ, ਕਾਲੀਆਂ ਵਾਲੇ ਵੀ ਸ਼ਰਮ ਕਰ ਲਓ, ਪੱਗਾਂ ਦੀ ਵੀ ਸ਼ਰਮ ਕਰ ਲਓ, ਤੇ ਜਿਹੜੇ ਪਾਕਿਸਤਾਨੀ ਭਰਾ ਨੇ ਉਹਨਾਂ ਦੇ ਵਿੱਚ ਵੀ ਕੁਝ ਹੈਗੇ ਇਸ ਤਰ੍ਹਾਂ ਦੇ, ਉਹ ਵੀ ਸ਼ਰਮ ਕਰ ਲਓ ਆਪਣੇ ਧਰਮ ਦੀ। ਸੋ ਇਦਾਂ ਦੀਆਂ ਗੱਲਾਂ, ਇਦਾਂ ਦੀਆਂ ਬਾਤਾਂ, ਕੋਈ ਤੁਸੀਂ ਐਡੇ ਯੂਸਫ ਜੋਹਾਨਾ ਨਹੀਂ ਹੈ ਵੀ ਜਿਹੜਾ ਦੁਨੀਆ ਦਾ ਸਭ ਤੋਂ ਖੂਬਸੂਰਤ ਇਨਸਾਨ ਸੀ, ਯੂਸਫ ਜੋਹਾਨਾ ਮੈਨੂੰ ਲੱਗਦਾ ਉਹਦਾ ਨਾਂ ਸੀਗਾ। ਉਹ ਨਾ ਆਪਣੇ ਆਪ ਨੂੰ ਸਮਝਣ ਲੱਗ ਪਿਆ ਕਰੋ ਫੀਲਿੰਗ ਲੈ ਕੇ ਕਿ ਲੈ ਵੀ ਮੇਰੇ ਨਾਲ ਤੇ ਹੁਣ ਆਹ ਗੱਲਬਾਤ ਹੋ ਗਈ ਹੈ, ਮੈਨੂੰ ਤੇ ਕੁੜੀਆਂ ਮੈਸੇਜ ਕਰਨ ਲੱਗ ਪਈਆਂ, ਅੱਗੇ ਤੁਹਾਡੀ ਛਿੱਤਰ ਪਰੇਡ ਕਰਨ ਨੂੰ ਅਗਲੇ ਤਿਆਰ ਬੈਠੇ ਆ। ਸੋ ਉਸ ਤੋਂ ਬਾਅਦ ਫਿਰ ਜੋ ਤੁਹਾਡੇ ਨਾਲ ਹੋਣਾ ਉਹ ਫਿਰ ਉਹੀ ਜਾਣਦੇ ਹੁੰਦੇ ਆ। ਸੋ ਇੰਨੀ ਕੁ ਮੇਰੀ ਬੇਨਤੀ ਹੈ। ਇਹਦੇ ਉੱਤੇ ਬਹੁਤ ਗੱਲਾਂ ਬਾਤਾਂ ਚੱਲ ਰਹੀਆਂ। ਸੋ ਮੇਰਾ ਕੰਮ ਸੀਗਾ ਕਿ ਅਵੇਅਰ ਤੁਹਾਨੂੰ ਕੀਤਾ ਜਾਵੇ, ਤੇ ਤਾਂ ਕਿ ਤੁਸੀਂ ਬਦਨਾਮੀ ਤੋਂ ਬਚੋ, ਆਪਣੇ ਕਿਰਦਾਰ ਨੂੰ ਸੁਧਾਰੋ, ਆਪਣੇ ਘਰ ਵੱਲ ਝਾਤੀ ਮਾਰੋ ਤੇ ਅੱਗੇ ਵਧਦੇ ਚਲੋ। ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਰੱਖਿਆ, ਕੋਈ ਤੁਹਾਡੇ ਵਾਸਤੇ ਨਹੀਂ ਇੱਥੇ ਬੈਠਾ ਹੋਇਆ। ਤੁਸੀਂ ਐਡੇ ਨਹੀਂ ਕਿਤੇ ਉਹ ਹੈਗੇ ਕਿ ਤੁਹਾਡੇ ਤੇ ਹੀ ਬਸ ਜਿਹੜੀਆਂ ਨੇ ਕੁੜੀਆਂ ਮਰਨਗੀਆਂ, ਜਾਂ ਫਿਰ ਤੁਸੀਂ ਹੀ ਹੈਗੇ ਹੋਰ ਕੋਈ ਜੰਮਿਆ ਹੀ ਨਹੀਂ ਇਸ ਦੁਨੀਆ ਤੇ। ਸੋ ਇਦਾਂ ਦੀ ਫੀਲਿੰਗ ਲੈ ਜਾਂਦੇ ਬੰਦੇ ਕਈ ਵਾਰੀ ਮੈਸੇਜ ਆਉਂਦੇ ਜਦੋਂ। ਇਸ ਤੋਂ ਬਾਅਦ ਤੁਹਾਨੂੰ ਮੈਂ ਹੋਰ ਦੱਸ ਦਿੰਦਾ, ਆਪਣੇ ਬਹੁਤ ਸਾਰੇ ਲੋਕ ਫੜੇ ਗਏ ਜਿਹੜੇ ਬਲੈਕਮੇਲ ਕੀਤੇ ਗਏ ਮੁੜ ਕੇ ਫੇਸਬੁੱਕ ਦੇ ਜਰੀਏ। ਤੁਹਾਨੂੰ ਮੈਂ ਇਹ ਬਿਲਕੁਲ ਅਲੱਗ ਮੈਟਰ ਹੈ, ਮੈਂ ਤੁਹਾਨੂੰ ਦੱਸਣ ਲੱਗਾ, ਇਹਦਾ ਪਹਿਲੇ ਮੈਟਰ ਨਾਲ ਕੋਈ ਵੀ ਸੰਬੰਧ ਨਹੀਂ ਹੈ। ਸੋ ਫੇਸਬੁੱਕ ਦੇ ਉੱਤੇ ਵੀ ਮੈਸੇਜ ਆਉਂਦੇ ਨੇ, ਮੈਸੇਂਜਰ ਰਾਹੀਂ ਤੁਹਾਨੂੰ ਮੈਸੇਜ ਆਉਂਦੇ ਆ ਜਿਹਦੇ ਵਿੱਚ ਤੁਹਾਨੂੰ ਇਹੀ ਗੱਲਾਂ ਕਹੀਆਂ ਜਾਂਦੀਆਂ ਕਿ I'm 14 years old, I'm 25 years old girl, so I'm from America, where are you from? So ਉਸ ਤੋਂ ਬਾਅਦ ਇਹ ਕਿਹਾ ਜਾਂਦਾ ਕਿ ਮੈਂ ਜਿਹੜਾ ਹੈ ਤੁਹਾਡੇ ਨਾਲ ਇਦਾਂ ਦੀ ਚੈਟ, ਤੁਹਾਡੇ ਨਾਲ ਉਦਾਂ ਦੀ ਚੈਟ ਕਰਨਾ ਚਾਹੁੰਦੀ ਆ। ਸੋ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਕੁਝ ਲੋਕ ਨੇ ਸਾਡੀਆਂ ਕਮਿਊਨਿਟੀਆਂ ਦੇ, ਕਿਉਂਕਿ ਮੈਂ ਮੀਡੀਆ ਦੇ ਵਿੱਚ ਰਿਹਾ, ਸਾਨੂੰ ਇਦਾਂ ਦੀਆਂ ਚੀਜ਼ਾਂ ਦੇ ਬਹੁਤ ਕੰਪਲੇਂਟਾਂ ਆਈਆਂ ਕਿ ਇਸ ਤਰ੍ਹਾਂ ਹੋਇਆ, ਹੁਣ ਕੀ ਕਰੀਏ। ਕਈਆਂ ਨੇ ਪਰਸਨਲੀ, ਕਈਆਂ ਨੇ ਪ੍ਰਾਈਵੇਟਲੀ ਸਾਡੇ ਨਾਲ ਜਿਹੜਾ ਸੰਪਰਕ ਕੀਤਾ ਕਿ ਹੁਣ ਕਿੱਦਾਂ ਬਚੀਏ ਅਸੀਂ। ਸੋ ਫਿਰ ਵੀਡੀਓ ਚੈਟ ਕਰ ਬੈਂਦੇ ਨੇ ਉਹਨਾਂ ਦੇ ਨਾਲ, ਅਗਲੇ ਫਿਰ ਵੀਡੀਓ ਤੁਹਾਡੀ ਆ ਰਿਕਾਰਡ ਕਰ ਲੈਂਦੇ ਆ, ਰਿਕਾਰਡ ਕਰਕੇ ਫਿਰ ਤੁਹਾਨੂੰ ਤੇ ਤੁਹਾਡੇ ਜਿਹੜੇ ਫੇਸਬੁੱਕ ਫਰੈਂਡ ਹੁੰਦੇ ਨੇ ਉਹਨਾਂ ਨੂੰ ਭੇਜਦੇ ਆ, ਭੇਜ ਕੇ ਕਹਿੰਦੇ ਨੇ ਵੀ ਆਹ ਬੰਦੇ ਨੂੰ ਕਹਿ ਦਿਓ, ਬੰਦੇ ਦਾ ਪੁੱਤ ਬਣ ਕੇ 500 ਪਾਉਂਡ, 1000 ਪਾਉਂਡ, 2000 ਪਾਉਂਡ ਇਸ ਅਕਾਊਂਟ 'ਚ ਪਾ ਦੇ, ਨਹੀਂ ਤੇ ਤੇਰੀ ਵੀਡੀਓ ਤੇਰੇ ਰਿਸ਼ਤੇਦਾਰ, ਤੇਰੇ ਫਰੈਂਡਾਂ ਦੇ ਵਿੱਚ ਫੇਸਬੁੱਕ ਤੇ ਪਬਲਿਕ ਕਰ ਦਿਆਂਗੇ। ਸੋ ਫਿਰ ਬਹੁਤ ਸਾਰੇ ਲੋਕ ਬਲੈਕਮੇਲ ਹੋਏ, ਕਈਆਂ ਨੇ ਪੈਸੇ ਦੇ ਦਿੱਤੇ, ਕਈਆਂ ਦਾ ਛੁਟਕਾਰਾ ਹੋ ਗਿਆ, ਕਈਆਂ ਦਾ ਨਹੀਂ ਹੋਇਆ। ਇਹ ਸਿਰਫ ਇੰਗਲੈਂਡ ਹੀ ਨਹੀਂ, ਪੂਰੀ ਦੁਨੀਆ 'ਚ ਚੱਲ ਰਿਹਾ। ਸੋ ਇਸ ਸਕੈਮ ਤੋਂ ਵੀ ਬਚੋ, ਆਪਣਾ ਕਿਰਦਾਰ ਬਣਾਓ। ਇਹਨਾਂ ਗੰਦੇ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ। ਸੋ ਵਧੀਆ ਇਨਸਾਨ ਬਣ ਕੇ ਦੱਸੋ, ਆਪਣੇ ਖਾਨਦਾਨ ਦਾ ਨਾਮ ਉੱਚਾ ਕਰੋ ਤੇ ਵਧੀਆ ਤਰੀਕੇ ਦੇ ਨਾਲ ਚੱਲੋ। ਤੇ ਇਹੋ ਜਿਹੇ ਲੋਕ ਜਿਹੜੇ ਹੁੰਦੇ ਨੇ ਕਾਨੂੰਨ ਦਾ ਸਾਥ ਦੇ ਕੇ ਤੇ ਤੁਸੀਂ ਵੀ ਉਹਨਾਂ ਨੂੰ ਫੜਾਉਣ ਦੇ ਵਿੱਚ ਉਹਨਾਂ ਦੀ ਮਦਦ ਕਰੋ। ਬਹੁਤ ਧੰਨਵਾਦ। ਕਾਫੀ ਵੀਡੀਓ ਲੰਬੀ ਹੋ ਗਈ ਆ, ਪਰ ਮੈਸੇਜ ਮੈਨੂੰ ਲੱਗਦਾ ਸੀ ਕਿ ਘੱਟ ਮਿੰਟਾਂ ਦੇ ਵਿੱਚ ਪੂਰਾ ਨਹੀਂ ਹੋਣਾ। ਸੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਧੰਨਵਾਦ ਜੀ।